सो सतगुर माहे समाना, एह बाणी जो जियों जाने, तिस अंतर रवै हर नामा। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। श्री राग महला पंजवा। मेरा तन अर धन मेरा, राज रूप में देश। सुत दारा बनता अनेक, बहुत रंग अर वेश। हर नाम हृदय ना वसई, कारज कित न लेख। मेरे मन हर हर नाम ते आए, कर संगत नित साध की। गुर चरणी चित लाए, रहाओ नाम निदान ते आईय। मस्तक होवे भाग, कारज सब सवारियं। गुर की चरणी लाग, हाँ मैं रोग भ्रम कटिय। ना आवे ना जाग, कर संगत तू साध की। 68 तीरथ न आओ, जियो प्राण मन तन हरे। साचा एह सुआओ,
जिथे मिलै वडाइयां दरगह पावें थाऊं करे कराए आप प्रभ सब किश तिस ही हाथ मार आपे जीवाल दम अंतर बाहर साथ नानक प्रभ शरणागति सर्ब कटा के नाथ मार आपे जीवाल दम अंतर बाहर साथ नानक प्रभ शरणागति सर्ब कटा के नाथ। वाहिगुरु जी का खालसा वाहिगुरु जी की फतेह। ये पावन शब्द जो श्री राग अंदर पंजवें पातशाह गुरु अर्जन देव महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 47-48 अंग ते दर्ज है। इस शब्द दी विचार भाई नवनीत सिंह जी प्रचारक श्रोमणी गुरुद्वारा प्रबंधक कमेटी आप जी नूं सरवण करवाउणगे। एक दिन दा समा है। प्रबंधक सेवादारां वल्लों भाई साहब जी का धन्नवाद। चौथे पातशाह सोढी सुल्तान सतगुरु गुरु रामदास महाराज जी का प्रकाश गुरपुरब 11 तरीक नूं है। 9 तरीक शाम नूं इस स्थान ते बंगला साहब बहुत वड्डा समागम होवेगा। चौथे पातशाह गुरु रामदास महाराज जी दे गुरपुरब मनाउण वास्ते धन लखारी नानका दे पवित्र सरलेख अधीन जो 10वां समागम है, जो श्रोमणी भगत पीपा जी की बाणी ते आधारित होवेगा। ये गुरुद्वारा बाला साहब होना है। सो समा है 6:15 बजे तो लैके रात 10 बजे तक। 1 तरीक 1 अक्तूबर वाले दिन आप सारिਆਂ ਨੂੰ बेनती है सेवा करके हाजरियां भर के गुरु कीਆਂ बख्शिशां प्राप्त करनियां। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अगले समय वास्ते गुरबाणी विचार सरवण करिए जी। वाहिगुरु जी का खालसा वाहिगुरु जी की फतेह। वाहिगुरु। सतनाम वाहिगुरु साहिब जीओ। सतनाम
ਵਾਹਿਗੁਰੂ ਸਾਹਿਬ ਜੀਓ। ਜੇ ਤੂੰ ਵਤਹਿ ਅੰਗਣੇ ਹਵ ਧਰਤ ਸੁਹਾਵੀ ਹੋਏ। ਹਿਕਸ ਕੰਤੈ ਬਾਹਰੀ ਮੈਂਡੀ ਵਾਤ ਨ ਪੁੱਛੈ ਕੋਇ। ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ। ਉਰ ਨਾ ਭਿਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਉਡੋ ਨ ਕਾਗਾ ਕਾਰੇ ਬੇਗ ਮਲੀਜੈ ਆਪਣੇ RAM ਪਿਆਰੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਸ਼ਟਮ ਗੁਰਦੇਵ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਮੁਬਾਰਕ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਜੀ ਵਡਭਾਗੇ ਹੋ ਜੋ ਨਿਦਾਂ ਪ੍ਰਤੀ ਸ਼ਰਧਾ ਭਾਵਨਾ ਅਕੀਦਾ ਰੱਖ ਕੇ ਗੁਰੂ ਚਰਨਾਂ ਵਿੱਚ ਜੁੜ ਬੈਠਦੇ ਹੋ। ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਅਤੇ ਕਥਾ ਆਪ ਜੀ ਨਿਤਾਂ ਪ੍ਰਤੀ ਸਰਵਨ ਕਰਦੇ ਹੋ। ਅੱਜ ਵੀ ਗੁਰਦੇਵ ਜੀ ਦੇ ਪਾਵਨ ਲੜੀਵਾਰ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਅੱਜ ਦਾ ਜੋ ਲੜੀ ਅਧੀਨ ਸ਼ਬਦ ਹੈ ਆਪ ਜੀ ਨੇ ਸਰਵਨ ਕੀਤਾ ਹੈ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਕ ਰਸਨਾ ਤੋਂ ਇਹ ਅੱਜ ਦਾ ਸ਼ਬਦ ਜੋ ਹੈ ਉਚਾਰਨ ਕੀਤਾ ਗਿਆ। ਸ੍ਰੀ ਰਾਗ ਅੰਦਰ ਗੁਰਦੇਵ ਪਿਤਾ ਮਹਾਰਾਜ ਨੇ ਇਹ ਸ਼ਬਦ ਦਰਜ ਕੀਤਾ। ਗੁਰੂ ਕਿਰਪਾ ਸਦਕਾ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ। ਸ਼ਬਦ ਦਾ ਜੋ ਸਮੁੱਚਾ ਭਾਵ ਇਹ ਹੈ ਕਿ ਜੋ ਪ੍ਰਾਣੀ ਹਉਮੈ ਵਿੱਚ ਗ੍ਰਸਿਆ ਹੋਇਆ ਹੈ, ਜਿਸ ਨੂੰ ਹਉਮੈ ਕਰਕੇ ਅਗਿਆਨਤਾ ਚਿਮੜੀ ਹੋਈ ਹੈ,
ਉਹ ਹਰ ਦਿਸਦੀ ਹੋਈ ਜੁੜੀ ਹੋਈ ਚੀਜ਼ ਨੂੰ ਆਪਣੀ ਮੰਨਦਾ ਹੈ ਕਿ ਸਭ ਕੁਝ ਮੇਰਾ ਹੈ, ਸਭ ਕੁਝ ਮੇਰੇ ਦੁਆਰਾ ਸਥਾਪਿਤ ਕੀਤਾ ਗਿਆ, ਸਭ ਕੁਝ ਮੇਰੇ ਲਈ ਹੀ ਬਣਿਆ ਹੈ। ਉਹਦੀ ਬਿਰਤੀ ਕਾਬਜ਼ ਹੋ ਜਾਂਦੀ ਹੈ, ਉਹਦੀ ਬਿਰਤੀ ਹੱਕ ਜਤਾਉਣ ਵਾਲੀ ਹੋ ਜਾਂਦੀ ਹੈ ਜੋ ਹਉਮੈ ਵਿੱਚ ਗ੍ਰਸਿਆ ਹੋਇਆ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੀ ਹਉਮੈ ਦੀ ਮੈਲ ਦੂਰ ਹੁੰਦੀ ਹੈ। ਉਹ ਨਿਰਮਲ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਇਹ ਪ੍ਰਤੀਤ ਕਰਦੇ ਨੇ ਵੀ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਦੁਆਰਾ ਮਿਲਿਆ ਹੋਇਆ ਹੈ, ਕੁਝ ਵੀ ਆਪਣਾ ਨਹੀਂ। ਇੱਥੇ ਭਾਵੇਂ ਮਨੁੱਖ ਕੋਲ ਅਡੰਬਰ ਹਨ, ਪਰ ਜੇ ਮਾਲਕ ਦਾ ਨਾਮ ਪਰਮੇਸ਼ਵਰ ਦੀ ਯਾਦ ਨਹੀਂ ਤੇ ਸਭ ਕੁਝ ਬੇਅਰਥ ਹੈ। ਜਿਨ੍ਹਾਂ ਨੂੰ ਗੁਰੂ ਨੇ ਆਪਣੇ ਨਾਲ ਜੋੜ ਲਿਆ, ਉਹਨਾਂ ਨੂੰ ਯਥਾਰਥ ਦੀ ਸਮਝ ਪੈ ਜਾਂਦੀ ਹੈ, ਸੱਚ ਦੀ ਸਮਝ ਪੈ ਜਾਂਦੀ ਹੈ, ਤੇ ਜੋ ਹਉਮੈ ਵਿੱਚ ਹੀ ਗ੍ਰਸੇ ਰਹਿੰਦੇ ਨੇ ਉਹ ਨਿੱਤ ਇਸ ਸੰਸਾਰ ਦੀ ਭਟਕਣਾ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ। ਗੁਰੂ ਕਿਰਪਾ ਕਰੇ। ਆਓ ਇਸ ਪਾਵਨ ਪਵਿੱਤਰ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਦੀ ਰਹਿਮਤ ਕਿਰਪਾਲਤਾ ਸਦਕਾ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਇਹ ਮੁਬਾਰਕ ਸ਼ਬਦ ਉਚਾਰਨ ਕੀਤਾ ਗਿਆ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਅੰਦਰ ਜੋ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਰਤੀਬ ਹੈ, ਉਸ ਤਰਤੀਬ ਮੁਤਾਬਕ ਸ੍ਰੀ ਰਾਗ ਪਹਿਲਾ ਰਾਗ ਹੈ। ਉਸੇ ਰਾਗ ਦੀ ਬਾਣੀ ਵਿੱਚ ਇਹ ਪੰਚਮ ਗੁਰਦੇਵ ਜੀ ਦੀ ਮੁਬਾਰਕ ਬਾਣੀ ਦੀ ਆਪ ਜੀ ਨਿਰੰਤਰ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ। ਕਹਿੰਦੇ ਜਿਸ ਮਨੁੱਖ ਜਿਸ ਪ੍ਰਾਣੀ ਨੂੰ ਹਉਮੈ ਨੇ ਗ੍ਰਸਿਆ ਨਾ, ਅਗਿਆਨਤਾ ਉਸ ਦੇ ਮਨ ਨੂੰ ਉਹਦੀ ਆਤਮਾ ਦੇ ਦੁਆਲੇ ਪਸਰੀ ਹੋਈ ਹੈ, ਤੇ ਅਗਿਆਨਤਾ ਕਾਰਨ ਉਸ ਨੂੰ ਕੁਝ ਵੀ ਸੱਚ ਤੇ ਹਕੀਕਤ ਪ੍ਰਤੀਤ ਨਹੀਂ ਹੁੰਦਾ। ਪ੍ਰਤੀਤੀ ਜ਼ਰੂਰ ਹੁੰਦੀ ਹੈ ਅਗਿਆਨ ਅੰਦਰ ਵੀ, ਹਨੇਰੇ ਅੰਦਰ ਵੀ। ਜਦੋਂ ਮਨੁੱਖ ਕਿਸੇ ਹਨੇਰੇ ਵਾਲੀ ਥਾਂ ਤੇ ਹੁੰਦਾ ਹੈ, ਉਹ ਕਿਸੇ ਵਸਤੂ ਨੂੰ, ਕਿਸੇ ਪਦਾਰਥ ਨੂੰ ਛੂਹ ਜਾਏ ਜਾਂ ਉਹਦੇ ਨਾਲ ਟਕਰਾ ਜਾਏ, ਐਸਾ ਨਹੀਂ ਵੀ ਹਨੇਰੇ ਵਿੱਚ ਉਸ ਨੂੰ ਕੋਈ ਪ੍ਰਤੀਤ ਨਹੀਂ ਹੁੰਦਾ। ਉਸ ਨੂੰ ਪ੍ਰਤੀਤ ਹੁੰਦਾ ਹੈ, ਪਰ ਜੋ ਪ੍ਰਤੀਤ ਹੋਏਗਾ ਉਹਦੀ ਆਪਣੀ ਕਿਆਸ ਹੋਏਗੀ, ਆਪਣੀ ਮਨੌਤ ਹੋਏਗੀ ਕਿ ਜੋ ਮੇਰੇ ਨਾਲ ਛੂਹਿਆ ਹੈ ਜਾਂ ਜੋ ਮੈਂ ਹਨੇਰੇ ਵਿੱਚ ਪਕੜਿਆ ਹੈ, ਇਹ ਸ਼ਾਇਦ ਆ ਵਸਤੂ ਹੋ ਸਕਦੀ ਹੈ, ਸ਼ਾਇਦ ਇਹ ਹੋ ਸਕਦੀ ਹੈ। ਭਾਵ ਹਨੇਰਾ ਮਨੁੱਖ ਨੂੰ ਕਿਆਸ ਲਵਾ ਦਿੰਦਾ ਹੈ, ਅਨੁਮਾਨ ਲਾਉਂਦਾ ਹੈ, ਤੇ ਆਪਣੀ ਬਿਰਤੀ ਤੇ ਆਪਣੀ ਸਮਝ ਦੁਆਰਾ ਹੀ ਮਨੁੱਖ ਉਹਦੇ ਨਾਮ ਘੜ ਲੈਂਦਾ ਹੈ। ਪਰ ਜਿਨ੍ਹਾਂ ਕੋਲ ਗਿਆਨ ਹੈ, ਭਾਵ ਰੋਸ਼ਨੀ ਹੈ, ਜਿਹੜੇ ਚਾਨਣ ਵਿੱਚ ਬੈਠੇ ਹੁੰਦੇ ਨੇ, ਉਹਨਾਂ ਨੂੰ ਕੋਈ ਅਨੁਮਾਨ ਨਹੀਂ ਲਾਣਾ ਪੈਂਦਾ, ਕਿਆਸ ਨਹੀਂ ਕਰਨੀ ਪੈਂਦੀ। ਇਹ ਨਹੀਂ ਆਖਣਾ ਪੈਂਦਾ ਵੀ ਸ਼ਾਇਦ ਇਹ ਆ ਵਸਤੂ ਹੋ ਸਕਦੀ ਹੈ, ਸ਼ਾਇਦ ਇਹ ਹੋ ਸਕਦੀ ਹੈ। ਉਹਨਾਂ ਲਈ ਸਭ ਕੁਝ ਪ੍ਰਤੱਖ ਹੋ ਜਾਂਦਾ ਹੈ। ਸੰਸਾਰੀ ਮਨੁੱਖ ਜੋ ਹੈ ਨਾ, ਉਹ ਅਗਿਆਨਤਾ ਦੇ ਹਨੇਰੇ ਵਿੱਚ ਹੈ। ਇਸ ਕਰਕੇ ਜਿਸ ਵੀ ਵਾਤਾਵਰਨ ਵਿੱਚ ਜਾਂਦਾ ਹੈ, ਉਸ ਵਾਤਾਵਰਨ ਵਿੱਚ ਜਾ ਕੇ ਵੀ ਉਹਦੀ ਰਹਿਮਤ ਨੂੰ ਕਹਿ ਲਈਏ ਜਾਂ ਉਹਦੀ ਅਸਲੀ ਪਵਿੱਤਰਤਾ ਨੂੰ ਮਾਣ ਨਹੀਂ ਸਕਦਾ। ਇੱਥੋਂ ਤੱਕ ਕਿ ਧਾਰਮਿਕ ਦੁਆਰਿਆਂ ਤੇ ਆ ਕੇ ਵੀ ਬੰਦਾ, ਕਿਉਂਕਿ ਅਗਿਆਨਤਾ ਤੇ ਨਾਲ ਚੱਲੀ ਆ ਰਹੀ ਨਾ, ਗੁਰੂ ਘਰ ਬੈਠਾ ਹੋਇਆ, ਰੱਬ ਦੇ ਘਰ ਬੈਠਾ ਹੋਇਆ ਬੰਦਾ ਵੀ ਕਈ ਵਾਰੀ ਆਪਣੀ ਮਨੌਤ ਮੁਤਾਬਕ ਅਨੁਮਾਨ ਲਾਈ ਜਾਂਦਾ ਹੈ ਕਿ ਖਰੇ ਗੁਰੂ ਸਮਰੱਥ ਹੈ ਕਿ ਨਹੀਂ, ਖਰੇ ਗੁਰੂ ਕਿਰਪਾ ਕਰੇਗਾ ਕਿ ਨਹੀਂ, ਖਰੇ ਪਰਮੇਸ਼ਵਰ ਦੀ ਹੋਂਦ ਹੈ ਕਿ ਨਹੀਂ। ਭਾਵ ਰੱਬ ਦੇ ਦੁਆਰੇ ਤੇ ਬੈਠ ਕੇ ਵੀ ਜੇ ਰੱਬ ਤੇ ਵਿਸ਼ਵਾਸ ਤੇ ਯਕੀਨ ਨਹੀਂ ਬਣਿਆ, ਇਹਦਾ ਭਾਵ ਹੈ ਕਿੰਨੇ ਸੰਘਣੇ ਹਨੇਰੇ ਦੇ ਵਿੱਚ ਮਨੁੱਖ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਅਨੁਮਾਨਾਂ ਦੇ ਆਧਾਰ ਤੇ, ਆਪਣੇ ਅੰਦਾਜ਼ਿਆਂ ਦੇ ਆਧਾਰ ਤੇ। ਤੇ ਇਸ ਕਰਕੇ ਜਦੋਂ ਉਸ ਦੇ ਅਨੁਮਾਨ, ਉਸ ਦੇ ਅੰਦਾਜ਼ੇ ਟੁੱਟਦੇ ਨੇ, ਤੇ ਫਿਰ ਉਹਨੂੰ ਦੁੱਖ ਹੁੰਦਾ ਹੈ,
ਫਿਰ ਉਹਨੂੰ ਪੀੜਾ ਹੁੰਦੀ ਹੈ ਕਿ ਮੈਂ ਆ ਤੇ ਅਨੁਮਾਨ ਲਾ ਕੇ ਬੈਠਾ ਸੀ, ਮੇਰਾ ਤੇ ਇਹ ਅੰਦਾਜ਼ਾ ਸੀ ਤੇ ਇਹ ਪੱਕਾ ਸੀ। ਪਰ ਜਦੋਂ ਟੁੱਟ ਜਾਂਦੇ ਨੇ ਅੰਦਾਜ਼ੇ, ਆਪਣੀਆਂ ਮਨੌਤਾਂ, ਫਿਰ ਮਨੁੱਖ ਨੂੰ ਪੀੜਾ, ਦੁੱਖ ਤੇ ਸੰਤਾਪ ਭੋਗਣਾ ਪੈਂਦਾ। ਇਹ ਕਿਉਂ ਹੋਇਆ ਸਾਰਾ ਕੁਝ? ਗੁਰੂਦੇਵ ਪਿਤਾ ਮਹਾਰਾਜ ਜੀ ਕਹਿੰਦੇ ਇਹਦੀ ਮੈਂ ਜੋ ਚਿੰਬੜੀ ਹੋਈ ਹੈ ਨਾ, ਹਉਮੈ, ਉਸ ਹਉਮੈ ਦਾ ਗ੍ਰਸਿਆ ਹੋਇਆ ਸਭ ਕੁਝ ਆਪਣਾ ਮੰਨਦਾ ਹੈ ਕਿ ਇਹ ਸਾਰਾ ਕੁਝ ਮੇਰਾ ਹੈ। ਮੇਰਾ ਤਨ, ਇਹ ਤਨ ਵੀ ਕਹਿੰਦਾ ਮੇਰਾ ਹੈ। ਜੇ ਗੁਰਬਾਣੀ ਨੂੰ ਪੜ੍ਹੀਏ, ਜੇ ਸਤਿਗੁਰੂ ਜੀ ਦੇ ਗਿਆਨ ਨੂੰ ਲਈਏ ਤਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਾਇਆ ਵੀ ਤੇਰੀ ਨਹੀਂ, ਜਾਂ ਇਉਂ ਕਹਿ ਲਈਏ ਵੀ ਇਹ ਕਾਇਆ ਵੀ ਤੂੰ ਨਹੀਂ, ਇਹ ਸਰੀਰ ਵੀ ਤੂੰ ਨਹੀਂ, ਇਹ ਸਰੀਰ ਤਾਂ ਤੇਰਾ ਸਾਧਨ ਹੈ। ਇਹ ਕਾਇਆ ਤੇ ਤੈਨੂੰ ਮਿਲੀ ਹੈ, ਪ੍ਰਾਪਤ ਹੋਈ ਹੈ। ਕੋਈ ਵਸਤੂ, ਕੋਈ ਚੀਜ਼ ਮਨੁੱਖ ਨੂੰ ਜਦੋਂ ਮਿਲਦੀ ਹੈ ਜਾਂ ਪ੍ਰਾਪਤ ਹੁੰਦੀ ਹੈ, ਉਹਦਾ ਕੋਈ ਖਾਸ ਪ੍ਰਯੋਜਨ ਹੁੰਦਾ ਹੈ। ਉਸ ਪ੍ਰਯੋਜਨ ਨੂੰ ਜੇ ਪੂਰਾ ਕਰ ਲਏ ਤੇ ਉਹ ਸਾਧਨ ਵੀ ਮੁਬਾਰਕ ਹੈ, ਉਹ ਵਸਤੂ ਵੀ ਮੁਬਾਰਕ ਹੈ। ਪਰ ਪ੍ਰਯੋਜਨ ਵੀ ਨਾ ਪਤਾ ਹੋਵੇ ਤੇ ਮਿਲੀ ਕਿਉਂ ਇਹ ਵੀ ਪਤਾ ਨਾ ਹੋਵੇ ਤੇ ਸਾਰੀ ਉਮਰ ਇਸੇ ਤਰ੍ਹਾਂ ਬਤੀਤ ਹੋ ਜਾਏ, ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਐਸੀ ਮਿਲੀ ਕੋਈ ਵਸਤੂ ਨਾ ਮਿਲੀ ਦੇ ਬਰਾਬਰ ਹੈ। ਭਾਵ ਜਿਹਦੇ ਤੋਂ ਉਹਨੇ ਆਪਣਾ ਮਕਸਦ, ਆਪਣਾ ਪ੍ਰਯੋਜਨ ਹੱਲ ਨਹੀਂ ਕੀਤਾ, ਬਸ ਹੋਂ ਵਿੱਚ ਸਾਰਾ ਕੁਝ ਆਪਣਾ ਮੰਨੀ ਗਿਆ। ਹਕੀਕਤ ਵਿੱਚ ਉਸ ਦਾ ਨਾਂ ਹੈ ਸੀ ਤੇ ਨਾ ਉਹਦੇ ਤੋਂ ਉਹ ਲਾਹਾ ਪ੍ਰਾਪਤ ਕਰ ਸਕੇ। ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ। ਮੈਂ ਦਾ ਅਰਥ ਮੇਰਾ, ਵੀ ਮੇਰਾ ਹੀ ਰਾਜ ਹੋਵੇ, ਮੈਂ ਹੀ ਰਾਜਾ ਹਾਂ, ਮੇਰਾ ਹੀ ਇਹ ਸਾਰਾ ਮੁਲਕ ਹੈ। ਹੱਦਾਂ ਦੀਆਂ ਲੜਾਈਆਂ ਨੇ, ਰਾਜ ਦੀ ਲੜਾਈ ਹੈ, ਧਨ ਦੀ ਲੜਾਈ ਹੈ, ਪ੍ਰਭੁਤਾ ਦੀ ਲੜਾਈ ਹੈ। ਸਾਰੀਆਂ ਲੜਾਈਆਂ ਕਿੱਥੋਂ ਜਨਮੀਆਂ? ਇਹਨਾਂ ਦੀ ਜੜ ਕੀ ਹੈ? ਮਨੁੱਖ ਦੀ ਮੈਂ। ਜਿੰਨਾ ਚਿਰ ਮਨੁੱਖ ਦੀ ਮੈਂ ਬਣੀ ਰਹੇਗੀ, ਉਹਨਾਂ ਚਿਰ ਹੱਦਾਂ ਦੀਆਂ ਲੜਾਈਆਂ ਹੁੰਦੀਆਂ ਰਹਿਣਗੀਆਂ, ਪ੍ਰਭੂ ਸਤਾ ਦੀਆਂ ਲੜਾਈਆਂ ਹੁੰਦੀਆਂ ਰਹਿਣਗੀਆਂ, ਇੱਥੋਂ ਤੱਕ ਕਿ ਧਾਰਮਿਕ ਲੜਾਈਆਂ ਵੀ ਹੁੰਦੀਆਂ ਰਹਿਣਗੀਆਂ। ਜੇ ਮਨੁੱਖ ਨੇ ਆਪਣੀ ਮੈਂ ਨੂੰ ਬਰਕਰਾਰ ਰੱਖਿਆ, ਜੇ ਮੈਂ ਮਾਰ ਲਈ, ਮਾਰਨ ਦਾ ਅਰਥ ਕੀ ਹੈ? ਕਿਸੇ ਮੈਂ ਨੂੰ ਮਾਰਨ, ਕਿਸੇ ਵਸਤੂ ਨੂੰ ਮਾਰਨ ਦੇ ਦੋ ਤਰੀਕੇ ਨੇ ਕਿ ਜਾਂ ਤਾਂ ਬਿਲਕੁਲ ਉਹਦਾ ਮੂਲ ਨਾਸ਼ ਕਰ ਦਿਓ, ਤੇ ਜਾਂ ਕਿਸੇ ਵੱਡੀ ਵਿੱਚ ਆਓ ਉਸ ਵਸਤੂ ਨੂੰ ਸਮਾ ਦਿਓ, ਉਹ ਆਪਣੇ ਆਪ ਮੈਂ ਮਰ ਜਾਂਦੀ। ਜਿਹੜੀ ਪ੍ਰਾਣੀ ਦੀ ਮੈਂ ਨਾ, ਗੁਰੂ ਸਾਹਿਬ ਨੇ ਇਸ ਨੂੰ ਮਾਰਨ ਦਾ ਸਰਲ ਤੇ ਉੱਤਮ ਢੰਗ ਜੋ ਦੱਸਿਆ ਨਾ, ਉਹ ਇਹ ਹੈ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਨਿਰਾਕਾਰ ਹੈ, ਪਰਮਾਤਮਾ ਹੈ, ਤੂੰ ਆਪਣੀ ਆਤਮਾ ਉਹਦੇ ਚਰਨਾਂ ਵਿੱਚ ਸਮਰਪਿਤ ਕਰ ਦੇ, ਆਪਣੀ ਆਤਮਾ ਨੂੰ ਉਹਦੇ ਚਰਨਾਂ ਵਿੱਚ ਰੱਖ ਦੇ। ਇਹ ਸਭ ਤੋਂ ਵੱਡੀ ਤੇਰੀ ਭਗਤੀ ਹੋਏਗੀ। ਅਸੀਂ ਗੁਰੂ ਸਵਾਰਿਓ ਗੁਰੂ ਚਰਨਾਂ ਵਿੱਚ ਆਉਂਦੇ ਹਾਂ। ਹਰ ਮਨੁੱਖ ਗੁਰੂ ਕੇ ਦਰ ਤੇ ਆ ਕੇ ਅਰਦਾਸ ਕਰਦਾ ਹੈ, ਪਰ ਦੇਖੋ ਜੋ ਸਾਡੀ ਅਰਦਾਸ ਹੁੰਦੀ ਹੈ, ਸਾਡੀ ਅਰਦਾਸ ਸਾਡੀ ਮੰਗ ਤੋਂ ਸ਼ੁਰੂ ਹੋ ਕੇ ਤੇ ਸਾਡੀ ਦੁਨਿਆਵੀ ਮੰਗ ਤੇ ਹੀ ਸਮਾਪਤ ਹੋ ਜਾਂਦੀ ਹੈ। ਸਾਨੂੰ ਅਰਦਾਸ ਦੀ ਪਰਿਭਾਸ਼ਾ ਸਿਰਫ ਇਤਨੀ ਪਤਾ ਹੈ ਕਿ ਗੁਰੂ ਦੇ ਚਰਨਾਂ ਵਿੱਚ ਆਉਣਾ ਤੇ ਸੰਸਾਰ ਦੇ ਲਈ, ਆਪਣੀ ਮੈਂ ਦੇ ਲਈ ਕੁਝ ਮੰਗਣਾ ਹੈ ਕਿ ਵਾਹਿਗੁਰੂ ਧਨ ਮਿਲ ਜਾਏ, ਪਦਾਰਥ ਮਿਲ ਜਾਣ, ਸ਼ੋਭਾ ਮਿਲ ਜਾਏ, ਆ ਮਿਲ ਜਾਏ। ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਅਰਦਾਸ ਦਾ ਇੱਕ ਹੋਰ ਉੱਤਮ ਨਮੂਨਾ ਦੱਸਿਆ ਕਿ ਅਰਦਾਸ ਕੇਵਲ ਮੰਗਣ ਦਾ ਨਾਮ ਨਹੀਂ, ਅਰਦਾਸ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਨਾਮ। ਅਸੀਂ ਪੜ੍ਹਦੇ ਹਾਂ ਨਾ, ਤੋਦੇ ਆਗੈ ਅਰਦਾਸ ਹਮਾਰੀ, ਕਿ ਹੇ ਵਾਹਿਗੁਰੂ ਮੇਰੀ ਤੇਰੇ ਅੱਗੇ ਅਰਦਾਸ ਹੈ। ਜਦੋਂ ਅਰਦਾਸ ਦਾ ਨਾਮ ਆਉਂਦਾ ਤੇ ਸਾਨੂੰ ਲੱਗਦਾ ਵੀ ਕੁਝ ਮੰਗ ਹੀ ਹੋਏਗੀ, ਕੁਝ ਮੰਗਣਾ ਹੀ ਹੈ। ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਗੁਰੂ ਕੇ ਸਿੱਖਾ, ਜਿਹੜੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਆ ਉਹ ਮੰਗਣ ਲਈ ਨਹੀਂ। ਠੀਕ ਹੈ, ਸਾਡੀਆਂ ਲੋੜਾਂ ਨੇ, ਅਸੀਂ ਮੰਗਣਾ ਵੀ ਗੁਰੂ ਕੋਲ ਹੈ, ਪਰ ਸ੍ਰੇਸ਼ਟ ਅਰਦਾਸ ਕੀ ਹੈ? ਦਾਤਾ ਜੀ ਕਹਿੰਦੇ ਜੋ ਤੇਰੇ ਕੋਲ ਹੈ ਉਹ ਸਾਰਾ ਕੁਝ ਪਰਮਾਤਮਾ ਦੇ ਅੱਗੇ ਰੱਖ ਦੇ, ਸਮਰਪਣ ਕਰ ਦੇ। ਇੱਥੋਂ ਤੱਕ ਵੀ ਇਹ ਤਨ ਵੀ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਜੀਓ ਦਾ ਅਰਥ ਹੈ ਆਤਮਾ, ਮੇਰੀ ਨਹੀਂ, ਇਹ ਪਰਮਾਤਮਾ ਵੀ ਤੇਰੀ ਹੈ। ਪਿੰਡ ਦਾ ਭਾਵ ਹੈ ਕਾਇਆ, ਇਹ ਸਰੀਰ। ਮੈਂ ਵਾਲਾ ਕਹਿੰਦਾ ਹੈ ਕਿ ਤਨ ਧਨ ਸਾਰਾ ਕੁਝ ਮੇਰਾ ਹੈ, ਪਰ ਜਿਹਨੂੰ ਦਾਤੇ ਨੇ ਸੋਝੀ ਦੇ ਦਿੱਤੀ ਉਹ ਕੀ ਆਖਦਾ? ਜੀਓ ਪਿੰਡ ਸਭ ਤੇਰਾ। ਉਹ ਕਹਿੰਦਾ ਹੇ ਵਾਹਿਗੁਰੂ ਸਾਰਾ ਕੁਝ ਹੀ ਤੇਰਾ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਅਰਦਾਸ ਦੀ ਉੱਤਮ ਪਰਿਭਾਸ਼ਾ।
तेरा तुझको सौंपते क्या लागै मेरा, मेरा मुझ में किछ नहीं, जो किछ है सो तेरा। ਇਹ ਜਿਸ ਨੂੰ ਗੁਰੂ ਨੇ ਜਾਚ ਦੱਸ ਦਿੱਤੀ ਹੈ, ਇਹ ਜਿਸ ਨੂੰ ਗੁਰੂ ਨੇ ਜੁਗਤ ਦੇ ਦਿੱਤੀ ਹੈ, ਉਹ ਸਾਰਾ ਕੁਝ ਗੁਰੂ ਨੂੰ ਆਸ਼ਰਿਤ ਕਰ ਦਿੰਦਾ ਹੈ। ਤੇ ਜਿਹੜਾ ਅਜੇ ਹਉਮੈ ਵਿੱਚ ਗ੍ਰਸਿਆ ਉਹਦੀ ਪਰਿਭਾਸ਼ਾ ਕੀ ਹੈ? ਗੁਰੂ ਸਾਹਿਬ ਕਹਿੰਦੇ, ਉਹ ਕਹਿੰਦੇ ਮੇਰਾ ਤਨ, ਕਿ ਇਹ ਤਨ ਮੇਰਾ ਹੈ। ਪਰ ਗੁਰਦੇਵ ਜੀ ਕਹਿੰਦੇ ਤੂੰ ਮੰਨਣਾ, ਪਰ ਇਹਦੇ ਤੇ ਵਿਚਾਰ ਕਰਨਾ। ਕੋਈ ਵੀ ਚੀਜ਼ ਅਸੀਂ ਮੰਨ ਵੀ ਲਈਏ ਨਾ, ਮੰਨਣ ਵਿੱਚ ਕੋਈ ਗਲਤੀ ਨਹੀਂ, ਕਿਉਂਕਿ ਮਨੁੱਖ ਉਹੀ ਮੰਨਦਾ ਜੋ ਉਹਦਾ ਗਿਆਨ ਹੈ। ਪਰ ਜਦੋਂ ਮੰਨ ਕੇ ਉਹਦੇ ਤੇ ਵਿਚਾਰ ਨਹੀਂ ਨਾ ਕਰਦਾ, ਉਹਦੇ ਤੇ ਗਹਿਨ ਅਧਿਐਨ ਨਹੀਂ ਕਰਦਾ, ਉੱਥੇ ਜਾ ਕਰਕੇ ਮਨੁੱਖ ਜਿਹੜਾ ਹੈ ਫਿਰ ਟਪਲਾ ਖਾ ਲੈਂਦਾ। ਗੁਰਦੇਵ ਜੀ ਕਹਿੰਦੇ ਤੂੰ ਮੰਨ ਵੀ ਇਹ ਤਨ ਤੇਰਾ ਹੈ, ਪਰ ਮੰਨਣ ਤੋਂ ਬਾਅਦ ਵਿਚਾਰ ਕਰਨਾ ਵੀ ਸੱਚਮੁੱਚ ਹੀ ਇਹ ਮੇਰਾ ਹੈ, ਕਿ ਜਿਹੜੇ ਮੇਰੇ ਤੋਂ ਪਹਿਲਾਂ ਤਨ ਧਾਰ ਕੇ ਆਏ ਸਨ, ਕਿ ਜਗਤ ਵਿੱਚ ਉਹਨਾਂ ਕੋਲ ਤਨ ਰਿਹਾ, ਕਿ ਜਗਤ ਵਿੱਚ ਉਹਨਾਂ ਕੋਲ ਧਨ ਰਿਹਾ, ਕਿ ਜਗਤ ਵਿੱਚ ਉਹਨਾਂ ਕੋਲ ਪਰਿਵਾਰ ਸੰਬੰਧੀ ਰਿਸ਼ਤੇਦਾਰ ਨਹੀਂ ਰਹੇ। ਤੇ ਜੇ ਤੇਰੇ ਅੰਦਰ ਇਹ ਵਿਚਾਰ ਚੱਲ ਰਹੀ ਹੈ, ਫਿਰ ਤੂੰ ਸੁਹਿਰਦਤਾ ਦੇ ਨਾਲ ਆਖਣ ਦੇ ਲਾਇਕ ਹੋ ਜਾਏਗਾ ਵੀ ਨਹੀਂ, ਇਹ ਤਨ ਮੇਰੇ ਲਈ ਨਹੀਂ ਜਾਂ ਮੇਰਾ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਨੇ ਕੁਝ ਸਮੇਂ ਲਈ ਦਿੱਤਾ ਹੈ। ਇਹ ਧਨ ਮੇਰਾ ਨਹੀਂ, ਕੁਝ ਸਮੇਂ ਲਈ ਮੈਨੂੰ ਵਰਤਣ ਵਾਸਤੇ ਪਰਮਾਤਮਾ ਨੇ ਦਿੱਤਾ ਹੈ। ਜਦੋਂ ਮਨੁੱਖ ਵਿਚਾਰ ਕਰੇਗਾ ਕਿ ਬੜੇ ਬੜੇ ਤਨ ਧਾਰੀ ਇਸ ਸੰਸਾਰ ਵਿੱਚ, ਧਨ ਧਾਰੀ ਇਸ ਸੰਸਾਰ ਤੋਂ ਕੂਚ ਕਰ ਗਏ, ਜਿਨ੍ਹਾਂ ਦੇ ਤਨ ਬੜਾ ਖੂਬਸੂਰਤ ਸੀ, ਸੁੰਦਰ ਸੀ, ਜਿਨ੍ਹਾਂ ਕੋਲ ਧਨ ਬੜਾ ਸੀ, ਪਰ ਦਾਤਾ ਜੀ ਕਹਿੰਦੇ ਅੱਜ ਉਹ ਕਿੱਥੇ ਚਲੇ ਗਏ। ਬਾਬਾ ਕਬੀਰ ਜੀ ਦੇ ਵਚਨ ਪੜੋ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਇਸ ਤਨ ਧਨ ਕੀ ਕਵਣ ਵਡਾਈ, ਧਰਨ ਪਰੈ ਉਰਵਾਰ ਨਾ ਜਾਈ। ਕਹਿੰਦੇ ਇਹਨੇ ਅੱਗੇ ਨਾਲ ਜਾਣਾ ਹੀ ਨਹੀਂ, ਤੇ ਧਰਤੀ ਤੇ ਰਹਿ ਜਾਏਗਾ, ਫਿਰ ਇਹਦੀ ਵਡਿਆਈ ਕਾਦੀ, ਇਹਦਾ ਮਾਣ ਕਾਦਾ, ਇਹਦੀ ਹਉਮੈ ਕਾਦੀ ਕਰਨੀ, ਕਿ ਜੋ ਵਸਤੂ ਜੋ ਪਦਾਰਥ ਤੇਰੇ ਨਾਲ ਨਿਭਣਾ ਹੀ ਨਹੀਂ, ਤੂੰ ਉਹਦਾ ਹੀ ਮਾਣ ਕਰੀ ਜਾਣਾ, ਉਹਦੇ ਵਿੱਚ ਹੀ ਗ੍ਰਸਿਆ ਹੋਇਆ। ਪਰ ਦਾਤਾ ਜੀ ਕਹਿੰਦੇ ਇਹ ਹਉਮੈ ਗ੍ਰਸਿਆ, ਇਹ ਮੰਨਦਾ ਹੈ ਰਾਜ ਰੂਪ ਮੈਂ ਦੇਸ਼, ਕਿ ਇਹ ਦੇਸ਼ ਮੇਰਾ, ਮੇਰੇ ਦਾ ਭਾਵ ਵੇਖੋ ਇੱਕ ਪ੍ਰੇਮ ਭਾਵਨਾ ਨਾਲ ਸਮਝਣ ਦਾ ਆਪ ਜੀ ਯਤਨ ਕਰਨਾ, ਕਿ ਇੱਕ ਚੀਜ਼ ਨੂੰ ਹੈ ਪ੍ਰੇਮ ਭਾਵਨਾ ਨਾਲ, ਪਿਆਰ ਭਾਵਨਾ ਨਾਲ, ਸਤਿਕਾਰ ਭਾਵਨਾ ਨਾਲ ਤੇ ਨਿਸਭਾਵ ਨਾਲ ਕਹਿਣਾ ਕਿ ਇਹ ਮੇਰਾ ਹੈ, ਇਹ ਮੇਰਾ ਹੈ। ਪਰ ਇੱਕ ਹੈ ਹਉ ਵਿੱਚ ਵੱਜ ਕੇ ਮਾਲਕਾਨਾ ਤਬੀਅਤ ਲੈ ਕਰਕੇ ਇਹ ਕਹਿਣਾ ਵੀ ਇਹਦੇ ਤੇ ਹੱਕ ਮੇਰਾ ਹੈ। ਇਹ ਮੇਰੇ ਕਹਿਣ ਵਿੱਚ ਫਰਕ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਗੁਰੂ ਪ੍ਰਤੀ ਵੀ ਸ਼ਬਦ ਵਰਤਿਆ ਨਾ, ਕਿ ਮੇਰਾ ਰਾਖਾ ਹੈ, ਮੇਰਾ ਮਾਤਾ ਪਿਤਾ ਗੁਰੂ ਹੈ, ਪਰਮੇਸ਼ਵਰ ਹੈ। ਮੇਰਾ ਕਹਿਣ ਵਿੱਚ ਫਰਕ ਹੈ। ਸ਼ਬਦ ਅਰਥ ਨਹੀਂ ਕਰਦੇ ਬਹੁਤਾ, ਸਾਡੀ ਬਿਰਤੀ ਅਰਥ ਕਰਦੀ ਹੈ ਕਿ ਪਿੱਛੇ ਸਾਡੀ ਭਾਵਨਾ ਕੀ ਚੱਲਦੀ ਪਈ ਹੈ, ਉਸ ਭਾਵਨਾ ਦੇ ਮੁਤਾਬਕ ਕਿਸੇ ਵੀ ਸ਼ਬਦਾਂ ਦੇ ਅਸੀਂ ਅਰਥ ਕਰਨੇ ਹੁੰਦੇ ਨੇ, ਨਾ ਕਿ ਇਕੱਲੇ ਅਰਥ ਨੂੰ ਵੇਖ ਕਰਕੇ, ਸ਼ਬਦ ਨੂੰ ਵੇਖ ਕਰਕੇ ਅਰਥ ਨਹੀਂ, ਉਹਦੇ ਸੰਦਰਭ ਨੂੰ ਵੇਖ ਕਰਕੇ ਅਰਥ ਕੀਤੇ ਜਾਂਦੇ ਨੇ। ਇੱਕ ਮੇਰਾ ਕਹਿਣ ਵਾਲਾ ਉਹ ਵੀ ਹੈ ਜਿਹੜਾ ਪ੍ਰੇਮ ਭਾਵ ਵਿੱਚ ਸਾਰਿਆਂ ਨੂੰ ਆਪਣਾ ਕਹਿੰਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਬਾਣੀ ਵਿੱਚ ਇਹ ਵੀ ਬਚਨ ਨੇ ਨਾ ਕਿ ਮੈਂ ਤਾਂ ਸਾਰਿਆਂ ਨੂੰ ਆਪਣਾ ਬਣਾਇਆ, ਪਰ ਇੱਥੇ ਹਉ ਨਹੀਂ ਝਲਕਦੀ, ਇੱਥੇ ਪ੍ਰੇਮ ਝਲਕਦਾ ਹੈ, ਇੱਥੇ ਭਾਵ ਪਰਮਾਤਮਾ ਲਈ ਝਲਕਦਾ ਹੈ ਕਿ ਸਾਰਾ ਕੁਝ ਪਰਮੇਸ਼ਵਰ ਦਾ ਸਰੂਪ ਹੈ, ਪਰਮਾਤਮਾ ਦਾ ਰੂਪ ਹੈ। ਇਸ ਕਰਕੇ ਦਾਤਾ ਜੀ ਕਹਿੰਦੇ ਐਸਾ ਗੁਰਮੁਖ ਕਹਿੰਦਾ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਕਿ ਮੈਂ ਸਾਰਿਆਂ ਦਾ ਮਿੱਤਰ ਹਾਂ, ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾਇਆ। ਪਰ ਇੱਕ ਥਾਂ ਤੇ ਕਹਿਣਾ ਵੀ ਆ ਸਾਰਾ ਕੁਝ ਹੀ ਮੇਰਾ ਹੈ, ਦੋਹਾਂ ਦੀ ਨੀਤੀ ਵਿੱਚ ਫਰਕ ਹੈ, ਨੀਅਤ ਵਿੱਚ ਫਰਕ ਹੈ। ਇੱਕ ਪ੍ਰੇਮ ਭਾਵ ਨਾਲ ਸਾਰਿਆਂ ਨੂੰ ਗਲਵੱਕੜੀ ਵਿੱਚ ਰਹਿ ਰਿਹਾ। ਵੇਖੋ ਅੱਜ ਬਾਤਾਂ ਤੇ ਬੜੀਆਂ ਹੁੰਦੀਆਂ ਕਿ ਦੇਸ਼ ਪ੍ਰੇਮ ਦੀਆਂ, ਕੌਮ ਪ੍ਰੇਮ ਦੀਆਂ, ਪਰ ਉਹਦੇ ਪਿੱਛੇ ਸਾਡੀ ਨੀਅਤ ਤੇ ਨੀਤੀ ਕੀ ਹੈ। ਜੇ ਨੀਅਤ ਰਾਜ ਕਰਨ ਦੀ ਭੁੱਖ ਲੈ ਕੇ ਚੱਲੇ ਆ, ਫਿਰ ਜੇ ਤੁਸੀਂ ਭਾਵੇਂ ਕਹੀ ਜਾਓ ਵੀ ਇਹ ਕੌਮ ਮੇਰੀ ਹੈ ਜੀ, ਮੈਨੂੰ ਇਹਦਾ ਦਰਦ ਹੈ, ਇਹ ਦੇਸ਼ ਮੇਰਾ ਹੈ ਜੀ, ਮੈਨੂੰ ਇਹਦਾ ਦਰਦ ਹੈ, ਸਭ ਕੁਝ ਤੁਹਾਡਾ ਝੂਠਾ ਹੈ, ਸਭ ਕੁਝ ਨੇਤਾਗਿਰੀ ਹੈ। ਪਰ ਜੇ ਸੱਚਮੁੱਚ ਹਿਰਦੇ ਵਿੱਚ ਪ੍ਰੇਮ ਹੈ, ਹਿਰਦੇ ਵਿੱਚ ਭਾਵਨਾ ਹੈ, ਫਿਰ ਤੁਸੀਂ ਕਹੋਗੇ ਤੇ ਉਹ ਤੁਹਾਡਾ ਗੁਰੂ ਦੇ ਘਰ ਵਿੱਚ ਕਿਹਾ ਪ੍ਰਵਾਨ ਹੋ ਜਾਏਗਾ। ਦੁਨੀਆ ਵਿੱਚ ਪ੍ਰਵਾਨ ਹੋਵੇ ਭਾਵੇਂ ਨਾ ਹੋਵੇ, ਪਰ ਜੇ ਤੁਹਾਡੀ ਨੀਅਤ ਤੇ ਨੀਤੀ ਸਹੀ ਹੈ ਤਾਂ ਫਿਰ ਗੁਰੂ ਵੱਲੋਂ ਉਹ ਪ੍ਰਵਾਨ ਕੀਤਾ ਜਾਏਗਾ। ਪਰ ਜੇ ਨੀਅਤ ਰਾਜ਼ੀ ਨਹੀਂ, ਫਿਰ ਦਾਤਾ ਜੀ ਕਹਿੰਦੇ ਦੁਨੀਆ ਨੂੰ ਭਾਵੇਂ ਕੋਈ ਭਰਮਾਈ ਜਾਏ ਕਿ ਮੈਂ ਕੌਮ ਦਾ ਸੱਚਾ ਸੁਹਿਰਦ ਹਾਂ, ਰਾਖਾ ਵਾਂ,
ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਐਸਾ ਪ੍ਰਾਣੀ ਅਖੀਰ ਵਿੱਚ ਜਾ ਕਰਕੇ ਖੁਆਰ ਹੀ ਹੁੰਦਾ ਹੈ। ਇਸ ਕਰਕੇ ਉਹ ਮੈਂ ਆਪਣੇ ਅੰਦਰ ਬਣਾਈਏ ਜੋ ਸਾਰਿਆਂ ਨੂੰ ਪ੍ਰੇਮ ਭਾਵਨਾ ਵਿੱਚ ਗਲਵੱਕੜੀ ਵਿੱਚ ਲਏ। ਉਹ ਮੈਂ ਨਹੀਂ ਜਿਹੜੀ ਮੈਂ ਹੱਕ ਜਤਾਵੇ, ਰਾਜ ਭਾਗ ਦੀ ਭੁੱਖ ਵਾਲੀ ਹੋਵੇ। ਤੇ ਗੁਰੂ ਸਾਹਿਬ ਜੀ ਕਹਿੰਦੇ ਹੋਰ ਕੀ ਕੁਝ ਕਹਿੰਦਾ, ਮੇਰਾ ਸੁੱਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ। ਕਹਿੰਦਾ ਸੁੱਤ ਮੇਰੇ ਪੁੱਤਰ, ਇਸਤਰੀਆਂ ਮੇਰੀਆਂ, ਹੋਰ ਰੰਗ ਰੂਪ ਜਿਤਨਾ ਵੀ ਹੈ ਇਹ ਸਾਰਾ ਕੁਝ ਮੇਰਾ ਹੋ ਜਾਏ ਜਾਂ ਮੇਰਾ ਹੈ। ਕਾਬਜ ਦੀ ਅੰਦਰ ਭਾਵਨਾ ਕਿ ਇਹ ਸਾਰਾ ਕੁਝ ਮੇਰਾ ਹੈ। ਪਰ ਗੁਰੂ ਸਾਹਿਬ ਕਹਿੰਦੇ ਵਿਚਾਰ ਕਰ, ਅਸਲ ਵਿੱਚ ਕੁਝ ਵੀ ਤੇਰਾ ਨਹੀਂ। ਪ੍ਰੀਤਮ ਜਾਨ ਲਿਹੋ ਮਨ ਮਾਹੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੋਰਠ ਰਾਗ ਵਿੱਚ ਕਿਰਪਾ ਕਰਦੇ ਨੇ। ਕਹਿੰਦੇ ਵਿਚਾਰ ਕਰ ਵੀ ਜਿਨ੍ਹਾਂ ਨੂੰ ਆਪਣਾ ਬਣਾ ਕੇ ਬੈਠਾ ਜਾਂ ਮੰਨ ਕੇ ਬੈਠਾ ਤੇਰੇ ਹੈਨ, ਆਪਣੇ ਸੁਖ ਸਿਉ ਸਭ ਲਾਗੇ। ਕਹਿੰਦੇ ਆਪਣੇ ਸੁਖ ਦੇ ਲਈ, ਆਪਣੇ ਸਵਾਰਥ ਦੇ ਲਈ ਸਾਰੇ ਲੱਗ ਕੇ ਤੇਰੇ ਨਾਲ ਜੁੜ ਕੇ ਬੈਠੇ ਨੇ। ਅਸਲ ਵਿੱਚ ਤੇਰਾ ਕੋਈ ਹੈ ਨਹੀਂ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਸਭ ਲਾਗੇ, ਕੋ ਕਾਹੂ ਕੋ ਨਾਹੀ। ਕਹਿੰਦੇ ਕੋਈ ਕਿਸੇ ਦਾ ਹੈ ਨਹੀਂ ਅਸਲ ਵਿੱਚ। ਇਹ ਸੰਸਾਰ ਦਾ ਵਿਹਾਰ ਹੀ ਐਸਾ ਬਣਿਆ ਹੈ, ਇਹ ਵਿਦ ਕੋ ਵਿਹਾਰ ਬਣਿਓ ਹੈ। ਕਹਿੰਦੇ ਇਹ ਵਿਧੀ ਐਸੀ ਬਣੀ ਹੋਈ ਹੈ ਕਿ ਆਪਣਾ ਸੁਖ ਮਿਲਦਾ ਹੈ ਤੇ ਤਾਂ ਦੂਜੇ ਨੂੰ ਸੁਖ ਦੇਣਾ ਹੈ, ਸੁਖ ਦੇ ਬਦਲੇ ਸੁਖ ਪਿਆ ਮਿਲਦਾ ਹੈ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਸੰਸਾਰੀ ਬਿਰਤੀ ਹੈ, ਇਹਦੇ ਵਿੱਚ ਬੰਦੇ ਨੂੰ ਅੰਤ ਖੁਆਰ ਹੋਣਾ ਪੈਂਦਾ ਹੈ। ਹਰ ਨਾਮ ਹਿਰਦੈ ਨ ਵਸਈ, ਕਾਰਜ ਕਿਤੈ ਨ ਲੇਖ। ਕਹਿਣ ਲੱਗੇ ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਨਾ ਵਸਿਆ, ਪਰਮੇਸ਼ਵਰ ਦਾ ਨਾਮ ਨਹੀਂ ਵਸਿਆ, ਫਿਰ ਤੇਰੇ ਕੀਤੇ ਹੋਏ ਸਾਰੇ ਕਾਰਜ ਬਿਲਕੁਲ ਵਿਅਰਥ ਨੇ। ਤੂੰ ਕਹੇ ਜੀ ਮੈਂ ਦੇਸ਼ਾਂ ਦਾ ਰਾਜਾ, ਦੇਸ਼ ਦਾ ਰਾਖਾ, ਕੌਮ ਦਾ ਰਾਖਾ, ਪਰਿਵਾਰ ਦਾ ਰਾਖਾ, ਸਾਰੀਆਂ ਵਸਤੂਆਂ ਦਾ ਰਾਖਾ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਜੇ ਅੰਦਰ ਪਰਮਾਤਮਾ ਦਾ ਨਾਮ ਵਸਿਆ, ਫਿਰ ਤੂੰ ਇਹਨਾਂ ਦਾ ਸੁਹਿਰਦਤਾ ਦੇ ਨਾਲ ਪਰਵਰਿਸ਼ ਕਰ ਰਿਹਾ, ਪਾਲਣਾ ਕਰ ਰਿਹਾ, ਰਾਖਾ ਬਣਿਆ ਹੋਇਆ, ਫਿਰ ਤੇ ਸਾਰਾ ਕੁਝ ਪ੍ਰਵਾਨ ਹੈ। ਕਿਉਂਕਿ ਤੈਨੂੰ ਇਹਨਾਂ ਨਾਲ ਮੋਹ ਨਹੀਂ, ਤੈਨੂੰ ਪ੍ਰੇਮ ਤਾਂ ਪਰਮਾਤਮਾ ਨਾਲ ਹੈ। ਇਹ ਤੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ, ਇਹ ਬਿਰਤੀ ਨਾਲ ਚੱਲ ਰਿਹਾ। ਪਰ ਜੇ ਅੰਦਰ ਮਾਲਕ ਦਾ ਨਾਮ ਨਹੀਂ ਤੇ ਫਿਰ ਭਾਵੇਂ ਰਾਜ ਭਾਗ ਲਈ, ਫਿਰ ਭਾਵੇਂ ਦੁਨੀਆ ਦੇ ਸੁੱਖ ਲਈ, ਫਿਰ ਪਰਮਾਤਮਾ ਦੇ ਘਰ ਅੰਦਰ ਤੇਰੀ ਰੱਤਾ ਭਰ ਵੀ ਕੀਮਤ ਨਹੀਂ ਪੈਣੀ। ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ, ਦਾਤਾ ਜੀ ਨੇ ਉੱਥੇ ਸਪਸ਼ਟ ਕਰ ਦਿੱਤਾ ਕਿ ਕਿੱਡੇ ਕਿੱਡੇ ਵੱਡੇ ਹੋਏ ਤੇ ਹੋ ਰਹੇ ਨੇ, ਪਰ ਜੇ ਨਾਮ ਨਹੀਂ ਪੱਲੇ ਤਾਂ ਗੁਰਦੇਵ ਜੀ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਇੱਥੇ ਕਿਹਾ ਭਾਵੇਂ ਸੰਸਾਰ ਜਸ ਕਰਦਾ ਹੋਵੇ, ਕੀਰਤੀ ਕਰਦਾ ਹੋਵੇ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਕਹਿੰਦੇ ਪਰ ਜੇ ਉਹ ਮਾਲਕ ਦੀ ਨਜ਼ਰ ਵਿੱਚ ਨਹੀਂ ਨਾ ਤੂੰ ਆਇਆ, ਉਹਦੀ ਨਜ਼ਰ ਵਿੱਚ ਕਦੋਂ ਆਏਗਾ? ਜੇ ਉਸ ਪਰਮਾਤਮਾ ਪਰਮੇਸ਼ਵਰ ਦਾ ਨਾਮ ਜਪੇਗਾ। ਨਾਮ ਜਪਣ ਦਾ ਭਾਵ ਇਹ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਨਾ। ਇਹ ਨਾਮ ਦੀ ਸਰਲ ਪਰਿਭਾਸ਼ਾ ਹੈ ਕਿ ਅਸਲ ਵਿੱਚ ਕਈ ਤਰ੍ਹਾਂ ਦੇ ਗੁੰਝਲਾਂ ਵੀ ਪੈ ਜਾਂਦੀਆਂ ਜਾਂ ਪਾ ਦਿੱਤੀਆਂ ਜਾਂਦੀਆਂ ਪਰਮੇਸ਼ਵਰ ਦੇ ਨਾਮ ਦੇ ਪ੍ਰਤੀ। ਕਈ ਵਾਰੀ ਤਾਂ ਇੰਨਾ ਕੁ ਮਨੁੱਖ ਨੂੰ ਡਰਾ ਵੀ ਦਿੱਤਾ ਜਾਂਦਾ ਹੈ ਕਿ ਆਮ ਸੰਸਾਰੀ ਬੰਦੇ ਦੇ ਜੀ ਵੱਸ ਦੀ ਵੀ ਗੱਲ ਨਹੀਂ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਇੰਨਾ ਸਰਲ ਵੀ ਹੈ ਜੇ ਤੂੰ ਭਾਵਨਾ ਤੇ ਪਿਆਰ ਰੱਖ ਕੇ ਤੁਰੇ ਕਿ ਨਾਮ ਦਾ ਭਾਵ ਇਹ ਹੈ ਕਿ ਪਰਮਾਤਮਾ ਦੇ ਗੁਣਾਂ ਨੂੰ ਰਸਨਾ ਨਾਲ ਗਾਣਾ, ਆਪਣੇ ਹਿਰਦੇ ਵਿੱਚ ਚਿਤਵਣਾ ਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ। ਇਹ ਨਾਮ ਹੈ। ਉਹਦੇ ਨਾਮ ਨੂੰ ਜਪਣਾ, ਉਹਦੇ ਨਾਮ ਨੂੰ ਵਿਚਾਰਨਾ ਤੇ ਉਸ ਵਿਚਾਰੇ ਹੋਏ ਨੂੰ ਆਪਣੇ ਜੀਵਨ ਵਿੱਚ ਢਾਲਣਾ। ਵਿਦਵਾਨਾਂ ਨੇ ਇਸ ਤਰ੍ਹਾਂ ਮੰਨਿਆ ਕਿ ਪਹਿਲਾਂ ਸ਼ਰਵਣ ਕਰਨਾ, ਫਿਰ ਮਨਨ ਕਰਨਾ, ਫਿਰ ਨਿਧਿਆਸਨ ਕਰਨਾ। ਇਹ ਤਿੰਨ ਚੀਜ਼ਾਂ ਨੇ। ਕਿਸੇ ਚੀਜ਼ ਨੂੰ ਜੇ ਮੰਨਣਾ ਹੈ ਨਾ, ਪਹਿਲਾਂ ਉਹਦੇ ਬਾਬਤ ਸੁਣਨਾ ਪੈਂਦਾ, ਸ਼ਰਵਣ, ਫਿਰ ਮੰਨਣਾ ਪੈਂਦਾ, ਮਨ ਵਿੱਚ ਧਾਰਨ ਕਰਨਾ ਪੈਂਦਾ ਜੋ ਸੁਣਿਆ ਉਹਨੂੰ ਕਿਹਾ ਮਨਨ, ਤੇ ਨਿਧਿਆਸਨ ਦਾ ਅਰਥ ਹੈ ਫਿਰ ਆਪਣੇ ਜੀਵਨ ਵਿੱਚ ਉਹਨੂੰ ਕਮਾਣਾ ਪੈਂਦਾ, ਵਿਖਾਣਾ ਪੈਂਦਾ ਜਗਤ ਦੇ ਅੰਦਰ, ਉਹਨੂੰ ਨਿਧਿਆਸਨ ਕਿਹਾ ਜਾਂਦਾ ਹੈ। ਅੱਜ ਸਾਡੇ ਕੋਲ ਨਾ ਸਰੋਤ ਚੰਗੀ ਹੈ, ਨਾ ਮਨੋਤ ਚੰਗੀ ਹੈ, ਤਾਂ ਨਾ ਆਹੀ ਅੱਜ ਸਾਡੇ ਕੋਲ ਫਿਰ ਕਿਸੇ ਤਰ੍ਹਾਂ ਦਾ ਕਰਮ ਵਿਹਾਰ ਚੰਗਾ ਹੈ।
ਕਰਮ ਉਹੀ ਬਣੇਗਾ ਨਾ ਜੋ ਸੁਣਿਆ ਤੇ ਵਿਚਾਰਿਆ ਗਿਆ। ਮਨੁੱਖ ਸੁਣਦਾ ਕੁਝ ਹੋਰ ਹੈ, ਵਿਚਾਰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ। ਇਸ ਕਰਕੇ ਉਹਦੇ ਜੀਵਨ ਵਿੱਚ ਦੁੱਖ ਹੈ। ਬੇਤਾਲਾ ਚੱਲਦਾ ਪਿਆ ਨਾ ਕਿ ਮਨ ਦੀ ਲੈ ਕਿਤੇ ਹੈ, ਤਨ ਦੀ ਲੈ ਕਿਤੇ ਹੈ। ਇਸ ਕਰਕੇ ਜੀਵਨ ਵਿੱਚ ਦੁੱਖ ਹੈ। ਅਸੀਂ ਬਾਣੀ ਦਾ ਕੀਰਤਨ ਸੁਣਿਆ, ਵੇਖੋ ਰਾਗੀ ਸਿੰਘ ਦਾ ਤੇ ਤਬਲੇ ਵਾਲੇ ਸਿੰਘ ਦਾ ਆਪਸ ਵਿੱਚ ਤਾਲਮੇਲ ਹੁੰਦਾ ਹੈ। ਉਹ ਤਾਲ ਨਾਲ ਚੱਲਦੇ ਨੇ, ਸੁਰ ਤੇ ਤਾਲ ਇਕੱਠਾ ਚੱਲਦਾ ਹੈ ਤਾਂ ਸਾਨੂੰ ਰਸ ਆਉਂਦਾ ਹੈ। ਜੇ ਸੁਰ ਕੋਈ ਹੋਰ ਦੱਬੀ ਜਾਏ ਤੇ ਤਾਲ ਕੋਈ ਹੋਰ ਵੱਜਦਾ ਹੋਏ, ਬੇਰਸੀ ਹੋ ਜਾਏਗੀ, ਸਾਨੂੰ ਵੀ ਆਨੰਦ ਨਹੀਂ ਆਉਣਾ, ਸਾਨੂੰ ਵੀ ਰਸ ਨਹੀਂ ਆਉਣਾ। ਇਨ ਬਿਨ ਸਾਡੇ ਸਰੀਰ ਦਾ ਮਸਲਾ ਹੈ। ਸਾਡਾ ਮਨ ਕਿਤੇ ਹੋਰ ਰਹਿੰਦਾ ਹੈ, ਸਾਡਾ ਤਨ ਕੋਈ ਹੋਰ ਸੁਰ ਵਜਾਉਂਦਾ ਹੈ, ਮਨ ਕੋਈ ਹੋਰ ਸੁਰ ਵਜਾਉਂਦਾ ਹੈ, ਤੇ ਫਿਰ ਅਸੀਂ ਸਾਰਾ ਉਲਾਂਭਾ ਗੁਰੂ ਤੇ ਸੁੱਟ ਦਿੰਦੇ ਹਾਂ ਵੀ ਸ਼ਾਂਤੀ ਨਹੀਂ ਆਈ, ਰਸ ਨਹੀਂ ਆਇਆ, ਗੁਰੂ ਦੇ ਚਰਨਾਂ ਵਿੱਚ ਵੀ ਬੈਠੇ ਆਨੰਦ ਨਹੀਂ ਆਇਆ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਬੈਠਣ ਦੀ ਜੁਗਤ ਤਾਂ ਸਿੱਖ। ਪਹਿਲਾਂ ਬੈਠਣਾ ਸਿੱਖ, ਫਿਰ ਸੁਣਨਾ ਸਿੱਖ, ਫਿਰ ਮੰਨਣਾ ਸਿੱਖ, ਤੇ ਫਿਰ ਉਸ ਨੂੰ ਕਮਾਣਾ ਸਿੱਖ। ਜੇ ਜੀਵਨ ਵਿੱਚ ਇਹ ਗੱਲਾਂ ਆ ਗਈਆਂ, ਫਿਰ ਤੇਰੇ ਜੀਵਨ ਵਿੱਚ ਆਉਣ ਵਾਲੇ ਸੁੱਖ ਨੂੰ ਵੀ ਕੋਈ ਰੋਕ ਨਹੀਂ ਸਕਦਾ। ਜਿਨ੍ਹਾਂ ਨੂੰ ਸੁਣਨਾ ਤੇ ਮੰਨਣਾ ਆ ਗਿਆ, ਉਹਨਾਂ ਨੂੰ ਹੀ ਕਮਾਣਾ ਆ ਸਕਦਾ ਹੈ। ਪਰ ਦਾਤਾ ਜੀ ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਨਹੀਂ ਨਾ, ਹਰ ਨਾਮ ਹਿਰਦੈ ਨਾ ਵਸਈ, ਕਾਰਜ ਕਿਤੇ ਨਾ ਲੇਖ। ਉਹਨਾਂ ਦਾ ਕੀਤਾ ਹੋਇਆ ਕੋਈ ਵੀ ਕਾਰਜ ਲੇਖੇ ਵਿੱਚ ਨਹੀਂ ਪੈਂਦਾ। ਉਹ ਭਾਵੇਂ ਜਪ ਕਰਦੇ ਹੋਣ, ਤਪ ਕਰਦੇ ਹੋਣ, ਦਾਨ ਪੁੰਨ ਕਰਦੇ ਹੋਣ, ਇਹ ਤਾਂ ਚੰਗੇ ਹੀ ਕਰਮ ਨੇ ਨਾ, ਇਹ ਕੋਈ ਬੁਰਾ ਕਰਮ ਨਹੀਂ। ਸੰਸਾਰ ਦੇ ਚੰਗੇ ਕਰਮ ਕੀਤੇ ਵੀ ਲੁੱਟੇ ਜਾਂਦੇ ਨੇ, ਅਦਵਾਟੇ ਰਹਿ ਜਾਂਦੇ ਨੇ, ਜੇ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਿਆ। ਕਿਉਂਕਿ ਬਾਣੀ ਵਿੱਚ ਦਤਾਰ ਪਿਤਾ ਮਹਾਰਾਜ ਜੀ ਇਹ ਬਚਨ ਕਰਦੇ ਨੇ, ਹਰ ਬਿਸਰਤ ਤੇਰੇ ਗੁਣ ਗਲਿਆ। ਉੱਥੇ ਔਗਣਾਂ ਦੀ ਗੱਲ ਨਹੀਂ ਕੀਤੀ। ਕਹਿੰਦੇ ਜੇ ਤੂੰ ਹਰੀ ਨੂੰ ਵਿਸਾਰ ਕੇ ਬਾਕੀ ਸਾਰੇ ਗੁਣ ਇਕੱਠੇ ਕਰ ਰਿਹਾ, ਜੀ ਵੇਖੋ ਜੀ ਮੈਂ ਤਾਂ ਇਮਾਨਦਾਰ ਹਾਂ, ਮੈਂ ਜੀ ਸੱਚ ਬੋਲਣਾ, ਮੈਂ ਜੀ ਦਇਆ ਕਰਨਾ, ਮੈਂ ਪੁੰਨ ਕਰਨਾ, ਮੈਂ ਤੀਰਥਾਂ ਤੇ ਰਟਨ ਕਰਦਾ, ਇਹ ਸ਼ੁਭ ਗੁਣ ਨੇ ਤੇ ਕਰਨੇ ਚਾਹੀਦੇ। ਮਨੁੱਖ ਦੀ ਧਰਮ ਵਿੱਚ ਵਾਧਾ ਹੁੰਦਾ ਹੈ, ਧਰਮ ਵਿੱਚ ਵਿਕਾਸ ਹੁੰਦਾ ਹੈ। ਪਰ ਗੁਰਦੇਵ ਜੀ ਕਹਿੰਦੇ ਜੇ ਬੰਦਾ ਇਹ ਸਾਰੇ ਕੁਝ ਕਰ ਰਿਹਾ ਪਰ ਨਾਮ ਨੂੰ ਆਪਣੇ ਜੀਵਨ 'ਚੋਂ ਮਨਫੀ ਕਰ ਰਿਹਾ, ਪਰਮੇਸ਼ਵਰ ਦੀ ਯਾਦ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕਰ ਰਿਹਾ, ਤੇ ਗੁਰਦੇਵ ਜੀ ਕਹਿੰਦੇ ਹਰੀ ਨੂੰ ਵਿਸਾਰ ਕੇ ਬਾਕੀ ਦੇ ਸਾਰੇ ਗੁਣ ਜਿਹੜੇ ਨੇ ਉਹ ਗਲ ਜਾਂਦੇ ਨੇ। ਤੇ ਦੂਜੇ ਪਾਸੇ ਵਚਨ ਕੀਤੇ ਕਿ ਜੇ ਨਾਮ ਜਪ ਲਿਆ, ਨਾਮ ਧਿਆਉਣਾ ਆਰੰਭ ਕਰ ਦਿੱਤਾ, ਫਿਰ ਜਿੰਨੇ ਤੇਰੇ ਔਗਣ ਨੇ ਉਹ ਸਾਰੇ ਸੜ ਜਾਣਗੇ। ਨਾਮ ਮਨਫੀ ਕਰ ਦਿੱਤਾ ਤੇ ਗੁਣ ਸੜ ਜਾਣਗੇ, ਤੇ ਜੇ ਨਾਮ ਜਪਣਾ ਆਰੰਭ ਕਰ ਦਿੱਤਾ ਫਿਰ ਸਾਡੇ ਸਾਰੇ ਔਗਣ ਪਰਮਾਤਮਾ ਸਾੜ ਦਿੰਦਾ। ਇਸ ਕਰਕੇ ਗੁਰਦੇਵ ਨੇ ਕਿਹਾ ਵੀ ਜੇ ਹਿਰਦੇ ਵਿੱਚ ਨਾਮ ਨਹੀਂ ਨਾ, ਹਰ ਨਾਮ ਹਿਰਦੈ ਨਾ ਵਸੇ, ਕਾਰਜ ਕਿਤੇ ਨਾ ਲੇਖ, ਫਿਰ ਕੋਈ ਵੀ ਕੰਮ ਤੇਰਾ ਲੇਖੇ ਵਿੱਚ ਨਹੀਂ ਪੈਣਾ। ਇਸ ਕਰਕੇ ਸਭ ਤੋਂ ਉੱਤਮ ਕੰਮ ਕੀ ਹੈ? ਸਾਧ ਸੰਗਤ ਮਿਲ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੂੰ ਜਪਣਾ, ਪਰਮਾਤਮਾ ਦੇ ਨਾਮ ਨੂੰ ਆਰਾਧਨਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਮੇਰੇ ਮਨ ਹਰ ਹਰ ਨਾਮ ਧਿਆਏ। ਫਿਰ ਉਹੀ ਬਚਨ ਪ੍ਰਮਾਤਮਾ ਸਰੂਪ ਸਤਿਗੁਰਾਂ ਨੇ ਦ੍ਰਿੜ ਕਰਵਾਉਣ ਵਾਸਤੇ ਦੁਬਾਰਾ ਕਿਹਾ, ਹੇ ਮੇਰੇ ਮਨਾ, ਮੈਂ ਛੱਡ ਕੇ ਨਾ ਹਰੀ ਦਾ ਨਾਮ ਧਿਆ, ਮੇਰੇ ਮਨ ਹਰ ਹਰ ਨਾਮ ਧਿਆਏ, ਕਰ ਸੰਗਤ ਨਿਤ ਸਾਧ ਕੀ, ਗੁਰ ਚਰਨੀ ਚਿਤ ਲਾਏ। ਤੂੰ ਸਤਿਗੁਰੂ ਦੀ ਪਰਮੇਸ਼ਵਰ ਸਰੂਪ ਗੁਰੂ ਦੀ ਸਾਧੂ ਸੁਭਾਅ, ਗੁਰੂ ਦੀ, ਗੁਰੂ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪ। ਕਿਉਂਕਿ ਗੁਰੂ ਦੀ ਸੰਗਤ, ਸਾਧੂ ਦੀ ਸੰਗਤ, ਸੰਤ ਦੀ ਸੰਗਤ, ਉਹ ਪਰਮਾਤਮਾ ਦੇ ਨਾਮ ਵਿੱਚ ਵਾਧਾ ਕਰਦੇ। ਸਾਧੂ ਸੰਤ, ਅੱਜ ਇਸ ਸ਼ਬਦ ਦੇ ਨਾਲ ਵੀ ਬੜਾ ਧਰੋਹ ਹੋ ਰਿਹਾ ਗੁਰੂ ਸਵਾਰ। ਪਰ ਜੇ ਅਸੀਂ ਬਾਣੀ ਤੋਂ ਪੁੱਛੀਏ ਨਾ, ਗੁਰੂ ਸਾਹਿਬ ਕਿਰਪਾ ਕਰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਵੈ। ਕਿ ਸੰਤ ਕੀ ਹੈ? ਜਿਹਦੇ ਕੋਲ ਧਰਮ ਤੇ ਧਰਮ ਤੱਕ ਪਹੁੰਚਣ ਦੀ ਪੌੜੀ ਹੈ। ਹੁਣ ਪੌੜੀ ਦੇ ਡੰਡੇ ਨੇ, ਤੇ ਉਹਦੇ ਕੋਲ ਡੰਡੇ ਕਿਹੜੇ ਨੇ? ਵਿਦਵਾਨਾਂ ਨੇ ਬਚਨ ਕੀਤੇ ਨੇ ਕਿ ਧਰਮ ਦੇ 10 ਡੰਡੇ ਨੇ। ਜਿਸ ਇਨਸਾਨ ਦੇ ਜੀਵਨ ਵਿੱਚ ਉਹ 10 ਡੰਡੇ ਆ ਗਏ, ਉਹ 10 ਗੁਣ ਆ ਗਏ, ਸਮਝੋ ਉਹ ਧਰਮ ਰੂਪੀ ਮੰਜ਼ਿਲ ਨੂੰ ਹਾਸਲ ਕਰ ਗਿਆ। ਉਹਨੂੰ ਗੁਰਮੁਖ ਕਹਿ ਲਓ, ਉਹਨੂੰ ਸਾਧੂ ਜਨ ਕਹਿ ਲਓ, ਉਸ ਨੂੰ ਸੰਤ ਜਨ ਕਹਿ ਲਓ, ਉਹ ਸਮਝੋ ਧਰਮ ਦਾ ਘਰ ਉਹਦੇ ਪਾਸ ਹੈ, ਉਹ ਧਰਮ ਹੀ ਹੈ।
ਤੇ ਜੇ ਉਹਦੇ ਕੋਲ ਜਾਓਗੇ ਆਹਿਸਤਾ ਆਹਿਸਤਾ ਉਹ ਡੰਡਿਆਂ ਤੇ ਤੁਹਾਨੂੰ ਵੀ ਚੜਾ ਕੇ ਉਹ ਮਾਲਕ ਦੇ ਘਰ ਤੱਕ ਪ੍ਰਵਾਨ ਕਰਵਾ ਦੇਗਾ। ਪਰ ਜੇ ਉਹਦੇ ਪਾਸ ਉਹ ਡੰਡੇ ਨਹੀਂ, ਫਿਰ ਕਹਿਣ ਲੱਗੇ ਉਹਦਾ ਕੀਤਾ ਹੋਇਆ ਸਾਰਾ ਕੁਝ ਪਾ ਜੀ। ਉਹ ਧਰਮ ਦੇ ਡੰਡੇ ਕਿਹੜੇ ਨੇ? ਵਿਦਵਾਨਾਂ ਨੇ ਕਿਹਾ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ ਦਸ ਜਾਣ। ਲਿੰਗ ਦਾ ਅਰਥ ਹੈ ਪਛਾਣ। ਇਹ ਗੁਣ ਨੇ ਧਰਮੀ ਦੇ ਜਾਂ ਧਰਮ ਦੇ ਕਿ ਜਿਹਦੇ ਕੋਲ ਖਿਮਾ ਹੈ। ਸੰਤ ਦੇ ਜੀਵਨ ਵਿੱਚ ਖਿਮਾ ਹੋਏਗੀ, ਸਾਧੂ ਗੁਰਮੁਖ ਦੇ ਜੀਵਨ ਵਿੱਚ ਖਿਮਾ ਹੋਏਗੀ। ਕੋਈ ਕਿਤਨਾ ਵੀ ਵੱਡਾ ਔਗਣ ਕਰਕੇ ਆ ਕੇ ਮੰਨ ਲਏ, ਗੁਰੂ ਉਸ ਨੂੰ ਮਾਫ ਕਰ ਦਿੰਦਾ ਹੈ ਜੇ ਉਹ ਮੰਨ ਕੇ ਆ ਜਾਏ। ਉਹਦੇ ਜੀਵਨ ਵਿੱਚ ਖਿਮਾ ਹੈ। ਅਹਿੰਸਾ ਦਾ ਅਰਥ ਹੈ ਉਹ ਹਿੰਸਾ ਦਾ ਜਾਂ ਲੜਾਈ ਝਗੜੇ ਦਾ ਜਾਂ ਮਾਰ ਕੁਟਾਈ ਦਾ ਸਮਰਥਕ ਨਹੀਂ, ਉਹ ਅਹਿੰਸਾ ਦਾ ਸਮਰਥਨ ਕਰਦਾ ਹੈ ਕਿ ਸਭ ਨੂੰ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ, ਸਭ ਨੂੰ ਆਪਣਾ ਸਮਝ ਕੇ ਰਹਿਣਾ ਚਾਹੀਦਾ। ਦਇਆ, ਦਇਆ ਭਾਵਨਾ ਦਾ, ਕਿਉਂਕਿ ਦਇਆ ਤੇ ਧਰਮ ਦੀ ਮਾਂ ਮੰਨੀ ਗਈ ਹੈ ਨਾ। ਧਰਮ ਦੇ ਵਿੱਚੋਂ, ਦਇਆ ਦੇ ਵਿੱਚੋਂ ਹੀ ਧਰਮ ਪੈਦਾ ਹੁੰਦਾ। ਮ੍ਰਿਦ, ਉਹਦੇ ਕੋਲ ਕੋਮਲਤਾ ਹੈ, ਬਚਨਾਂ ਦੀ ਵੀ ਜੀਵਨ ਦੀ ਵੀ ਕੋਮਲਤਾ ਹੈ। ਸਤ ਬਚਨ, ਤੇ ਉਹਦੇ ਬਚਨਾਂ ਵਿੱਚ ਸਤ ਹੁੰਦਾ। ਤਪ, ਦਾਨ, ਉਹ ਤਪੀ ਵੀ ਹੁੰਦਾ, ਦਾਨੀ ਵੀ ਹੁੰਦਾ ਹੈ। ਸੀਲ ਦਾ ਅਰਥ ਹੈ ਉਹ ਸੰਜਮੀ ਹੈ, ਸਮਦਮ ਦਾ ਧਾਰਨੀ ਹੈ। ਸੌਚ ਦਾ ਅਰਥ ਹੈ ਤਨ ਤੇ ਮਨ ਦੀ ਉਹਦੇ ਕੋਲ ਪਵਿੱਤਰਤਾ ਹੈ। ਕਹਿੰਦੇ ਇਹ ਧਰਮ ਦੇ 10 ਲੱਛਣ ਨੇ। ਤੇ ਧਰਮ ਪੈਦਾ ਕਿਵੇਂ ਹੁੰਦਾ ਇਹ ਵੀ ਦੱਸਿਆ। ਉਪਜੈ ਧਰਮ ਵਾਕ ਸਤ ਕਰ ਅਤ, ਦਇਆ ਦਾਨ ਤੇ ਧਰਮ ਵਧੈ ਨਿਤ। ਅਸਥਿਤ ਧਰਮ ਖਿਮਾ ਕੈ ਸੰਗਾ, ਧਰਮ ਕ੍ਰੋਧ ਕਰ ਹੋਤ ਵਿਪੰਗਾ। ਕਹਿੰਦੇ ਜਦੋਂ ਜੀਵਨ ਵਿੱਚ ਸੱਚ ਆ ਗਿਆ ਨਾ, ਸਮਝੋ ਧਰਮ ਨੇ ਤੁਹਾਡੇ ਅੰਦਰ ਪੈਰ ਪਸਾਰ ਲਏ। ਤੇ ਦਇਆ ਦਾਨ ਵੱਧ ਗਿਆ ਤੇ ਸਮਝੋ ਤੁਹਾਡੇ ਅੰਦਰ ਧਰਮ ਵਧਣ ਲੱਗ ਗਿਆ, ਟਿਕਣ ਲੱਗ ਗਿਆ। ਪਰ ਜਿਸ ਦਿਨ ਮਨ ਵਿੱਚ ਕ੍ਰੋਧ ਦੀ ਅੱਗ ਬਲ ਗਈ, ਉਸ ਦਿਨ ਸਮਝੋ ਤੁਹਾਡੇ ਅੰਦਰੋਂ ਜਿਹੜਾ ਧਰਮ ਹੈ ਉਹ ਨਿਕਲ ਜਾਏਗਾ, ਮਨਫੀ ਹੋ ਜਾਏਗਾ। ਕ੍ਰੋਧ ਦੇ ਨਾਲ ਵਿਪੰਗਾ ਉਹ ਨਾਸ ਹੋ ਜਾਂਦਾ ਹੈ। ਇਹ ਧਰਮ ਦੀਆਂ ਪੌੜੀਆਂ ਨੇ, ਇਹਨਾਂ ਨੂੰ ਪਾਰ ਕਰਨਾ ਪੈਂਦਾ, ਸਰ ਕਰਨਾ ਪੈਂਦਾ, ਫਿਰ ਕੋਈ ਧਰਮੀ ਬਣਦਾ। ਨਾ ਕੋਈ ਆਖੇ ਕਿ ਧਰਮ ਦਾ ਪਹਿਰਾਵਾ ਜਾਂ ਧਰਮ ਦਾ ਚਿੰਨ੍ਹ ਪਾ ਕੇ ਮੈਂ ਧਰਮੀ ਬਣ ਗਿਆ ਹਾਂ। ਧਰਮ ਦਾ ਚਿੰਨ੍ਹ ਪਾਣਾ, ਧਰਮ ਦਾ ਪਹਿਰਾਵਾ ਪਾਣਾ, ਇਹ ਧਰਮ ਵਿੱਚ ਦਾਖਲ ਹੋਣ ਦੀ ਨਿਸ਼ਾਨੀ ਤਾਂ ਹੈ। ਪਰ ਧਰਮੀ ਕਿਦਨ ਕੋਈ ਬਣੇਗਾ? ਜਿਸ ਦਿਨ ਇਹ ਪੌੜੀਆਂ ਨੂੰ ਸਰ ਕਰ ਲਏਗਾ, ਇਹ ਡੰਡਿਆਂ ਨੂੰ ਸਰ ਕਰ ਲਏਗਾ। ਤੇ ਜਿੰਨਾ ਸਰ ਕੀਤਾ ਗੁਰੂ ਦੇ ਜੀਵਨ ਨੂੰ ਅਸੀਂ ਦੇਖੀਏ, ਸਤਿਗੁਰਾਂ ਦੇ ਜੀਵਨ ਵਿੱਚ ਖਿਮਾ ਹੈ, ਸਤ ਹੈ, ਸੰਤੋਖ ਨਾਲ ਭਰਿਆ ਪਿਆ ਗੁਰੂ ਸਾਹਿਬਾਨਾਂ ਦਾ ਜੀਵਨ। ਕਿਸੇ ਤਰ੍ਹਾਂ ਦੇ ਵਿੱਚ ਤੁਹਾਨੂੰ ਕੋਈ ਲੇਸ ਮਾਤਰ ਵੀ ਔਗਣ ਨਹੀਂ ਮਿਲੇਗਾ। ਤੇ ਗੁਰਦੇਵ ਜੀ ਕਹਿੰਦੇ ਐਸੇ ਸਤਿਗੁਰਾਂ ਦੇ ਚਰਨਾਂ ਵਿੱਚ ਆ, ਦੂ ਚਰਨੀ ਲੱਗੇਗਾ ਤੇ ਕੀ ਪ੍ਰਾਪਤ ਹੋਏਗਾ? ਨਾਮ ਨਿਧਾਨ ਧਿਆਈਐ ਮਸਤਕ ਹੋਵੇ ਭਾਗ। ਤੇਰੇ ਮਸਤਕ ਤੇ ਇਹ ਲੇਖ, ਇਹ ਰੇਖਾ ਹੋਏਗੀ ਨਾ ਪਰਮਾਤਮਾ ਨੂੰ ਜਪਣ ਦੀ, ਤਾਂ ਹੀ ਤੂੰ ਜਪ ਸਕਣਾ, ਧਿਆ ਸਕਦਾ। ਪਰ ਉਹ ਬਣੇਗੀ ਕਿਵੇਂ? ਗੁਰੂ ਸਾਹਿਬ ਜੀ ਕਹਿੰਦੇ ਕਰ ਸੰਗਤ ਨਿਤ ਸਾਧ ਕੀ, ਗੁਰ ਚਰਨੀ ਚਿਤ ਲਾਏ। ਗੁਰੂ ਦੇ ਚਰਨਾਂ ਵਿੱਚ ਨਿਤ ਆਏਗਾ, ਆਪਣਾ ਮਸਤਕ ਗੁਰੂ ਦੇ ਚਰਨਾਂ ਵਿੱਚ ਰੱਖੇਗਾ, ਜੋਦੜੀ ਕਰੇਗਾ, ਫਿਰ ਤੇਰਾ ਇਹ ਭਾਗ ਬਣੇਗਾ ਕਿ ਤੈਨੂੰ ਨਾਮ ਰੂਪੀ ਖਜ਼ਾਨਾ ਧਿਆਉਣ ਦਾ, ਜਪਣ ਦਾ ਵਾਹਿਗੁਰੂ ਦੇ ਵੱਲੋਂ ਇਹ ਬਲ ਮਿਲ ਜਾਏਗਾ, ਸੋਝੀ ਮਿਲ ਜਾਏਗੀ। ਮਸਤਕ ਹੋਵੇ ਭਾਗ, ਕਾਰਜ ਸਭ ਸਵਾਰੀ ਹੈ, ਗੁਰ ਕੀ ਚਰਨੀ ਲਾਗ। ਸਾਰੇ ਕਾਰਜ ਮਨੁੱਖ ਦੇ ਹੱਲ ਹੋ ਜਾਂਦੇ ਨੇ, ਸਵਰ ਜਾਂਦੇ ਨੇ, ਜੇ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਰੂ ਦਾ ਬਣ ਜਾਏ। ਜੋ ਗੁਰੂ ਦਾ ਬਣ ਗਿਆ ਫਿਰ ਗੁਰੂ ਉਹਦਾ ਬਣ ਜਾਂਦਾ। ਗੁਰੂ ਨੂੰ ਉਹਦੀ ਚਿੰਤਾ ਹੋ ਜਾਂਦੀ। ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਵੀ ਜੋ ਤੇਰਾ ਕਰਤਾ। ਵੇਖੋ ਬੱਚਾ ਘਰ ਵਿੱਚ ਮਾਂ ਬਾਪ ਦਾ ਬੱਚਾ ਪੈਦਾ ਹੁੰਦਾ ਹੈ, ਜਿੰਨਾ ਚਿਰ ਬਾਲਕ ਬੁੱਧ ਹੈ ਉਹਦੀ ਚਿੰਤਾ ਮਾਂ ਬਾਪ ਕਰਦੇ ਨੇ, ਉਹਦੀ ਖਾਣ ਦੀ, ਪਾਣ ਦੀ, ਰਹਿਣ ਦੀ, ਵਿਦਿਆ ਦੀ। ਬਾਲਕ ਅਚੇਤ ਹੁੰਦਾ ਹੈ। ਸਗੋਂ ਕਈ ਵਾਰੀ ਮਾਂ ਬਾਪ ਕਹਿੰਦੇ ਨੇ ਵੀ ਤੂੰ ਵੀ ਥੋੜਾ ਬਹੁਤ ਫਿਕਰਮੰਦ ਹੋ, ਪਰ ਉਹਨੂੰ ਆਪਣੇ ਮਾਂ ਬਾਪ ਤੇ ਇੰਨਾ ਵਿਸ਼ਵਾਸ ਹੁੰਦਾ ਹੈ ਕਿ ਜਿੰਨਾ ਚਿਰ ਉਹਦੀ ਬਾਲ ਬੁੱਧ ਹੈ ਉਹ ਇਸ ਪਾਸੇ ਕਦੀ ਵੀ ਚਿੰਤਾ ਨਹੀਂ ਕਰਦਾ ਕਿ ਮੈਨੂੰ ਪ੍ਰਸ਼ਾਦਾ ਕਦੋਂ ਮਿਲੇਗਾ, ਮੈਨੂੰ ਇਹ ਸਾਧਨ ਮੰਨਣ ਦਾ ਕਦੋਂ ਮਿਲੇਗਾ। ਉਹਦੀ ਚਿੰਤਾ ਮਾਂ ਬਾਪ ਨੂੰ ਹੈ। ਤੇ ਗੁਰੂ ਸਾਹਿਬ ਕਹਿੰਦੇ ਭਗਤ ਪਰਮਾਤਮਾ ਨੂੰ ਆਪਣਾ ਮਾਂ ਬਾਪ ਮੰਨਦੇ ਨੇ, ਆਪਣਾ ਮਾਈ ਬਾਪ ਮੰਨਦੇ ਨੇ, ਤੇ ਆਪ ਉਹਦੀ ਲਾਡਲੀ ਸੰਤਾਨ ਮੰਨਦੇ ਨੇ।
ਇਸ ਕਰਕੇ ਕਿਸੇ ਤਰ੍ਹਾਂ ਦੀ ਉਹ ਚਿੰਤਾ ਨਹੀਂ ਕਰਦੇ। ਉਹ ਸਾਰੇ ਕਾਰਜ ਭਗਤਾਂ ਦੇ ਪਰਮਾਤਮਾ ਆਪ ਹੀ ਸਵਾਰੀ ਜਾਂਦਾ, ਆਪ ਹੀ ਉਹਨਾਂ ਦੇ ਕਾਰਜ ਸਵਾਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹਉਮੈ ਰੋਗ ਭ੍ਰਮ ਕੱਟੀ ਹੈ। ਉਹ ਹਉਮੈ ਦਾ ਰੋਗ, ਭਟਕਣਾ ਦਾ ਜਿਹੜਾ ਰੋਗ ਹੈ, ਇਹ ਸਾਰਾ ਕੁਝ ਉਸ ਦਿਨ ਹੀ ਨਾਸ ਹੁੰਦਾ ਹੈ। ਹਉਮੈ ਦੀ ਮੈਲ ਉਸੇ ਦਿਨ ਲੱਥਦੀ ਹੈ ਜਿਸ ਦਿਨ ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਚਰਨਾਂ ਵਿੱਚ ਲੱਗ ਕੇ ਜੀਵ ਨਾਮ ਧਿਆਉਣਾ ਆਰੰਭ ਕਰ ਦਿੰਦਾ। ਹਉਮੈ ਰੋਗ ਭ੍ਰਮ ਕੱਟੀਐ, ਨਾ ਆਵੈ ਨਾ ਜਾਗ। ਜਾਗ ਦਾ ਅਰਥ ਹੈ ਜਾਂਦਾ। ਜਦੋਂ ਹਉਮੈ ਦਾ ਰੋਗ ਕੱਟਿਆ ਜਾਂਦਾ ਗੁਰੂ ਕਿਰਪਾ ਸਦਕਾ, ਫਿਰ ਮਨੁੱਖ ਦਾ ਆਉਣਾ ਜਾਣਾ ਜਿਹੜਾ ਉਹ ਖਤਮ ਹੋ ਜਾਂਦਾ। ਹਉ ਵਿੱਚ ਹੀ ਮਨੁੱਖ ਆਉਂਦਾ ਨਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਇਹ ਬਚਨ ਪੜ੍ਹੇ ਨੇ ਕਿ ਹਉ ਵਿੱਚ ਆਇਆ, ਹਉ ਵਿੱਚ ਗਿਆ। ਵੀ ਹਉਮੈ ਹੀ ਹੈ ਜੋ ਮਨੁੱਖ ਨੂੰ ਭੜਕਾ ਰਹੀ ਹੈ, ਮਨੁੱਖ ਨੂੰ ਦਰ ਬਦਰ ਕਰ ਰਹੀ ਹੈ। ਤੇ ਗੁਰੂ ਚਰਨਾਂ ਵਿੱਚ ਆ ਕੇ ਜਦੋਂ ਹਉਮੈ ਕੱਟੀ ਜਾਂਦੀ ਹੈ, ਨਾ ਆਵੈ ਨਾ ਜਾਗ, ਫਿਰ ਆਉਣਾ ਜਾਣਾ ਰਹਿ ਜਾਂਦਾ। ਉਹ ਗੁਰੂ ਚਰਨਾਂ ਵਿੱਚ ਸਮਰਪਿਤ ਹੋ ਜਾਂਦਾ, ਗੁਰੂ ਚਰਨਾਂ ਵਿੱਚ ਟਿਕ ਜਾਂਦੇ ਨੇ। ਕਰ ਸੰਗਤ ਤੂੰ ਸਾਧ ਕੀ 68 ਤੀਰਥ ਨਾਓ। ਫਿਰ ਇਹ ਬਚਨ ਕੀਤੇ ਕਿ ਹੇ ਜੀਵ, ਜੇ ਆਪਣੀ ਮਨ ਦੀ ਮੈਲ ਉਤਾਰਨਾ ਚਾਹੁੰਦਾ, ਵਿਦਵਾਨਾਂ ਨੇ 3 ਤਰ੍ਹਾਂ ਦੇ ਜੀਵ ਦੇ ਦੋਸ਼ ਮੰਨੇ ਨੇ। ਇੱਕ ਸਰੀਰ ਦਾ, ਇੱਕ ਮਨ ਦਾ, ਇੱਕ ਆਤਮਾ ਦਾ। ਮਨ, ਸਰੀਰ ਦਾ ਦੋਸ਼ ਕੀ ਹੈ? ਮਲ। ਤੇ ਮਨ ਦਾ ਦੋਸ਼ ਕੀ ਹੈ? ਵਖੇਪ। ਤੇ ਆਤਮਾ ਦਾ ਦੋਸ਼ ਕੀ ਹੈ? ਅਗਿਆਨ। ਕਿ ਇਹ ਮਲ ਭਾਵ ਕਰਮਾਂ ਦੇ ਨਾਲ ਜੋ ਮੈਲ ਚਿੰਬੜਦੀ ਹੈ, ਉਹ ਕਰਮਾਂ ਨਾਲ ਹੀ ਉਤਰਨੀ ਹੈ। ਬੁਰਾ ਕਰਮ ਕੀਤਾ ਤੇ ਉਹਦੇ ਬਦਲੇ ਦੇ ਅੰਦਰ ਪਛਤਾਪ ਦਾ ਕਰਮ ਕੀਤਾ ਜਾਂਦਾ ਹੈ। ਇੱਕ ਤਰ੍ਹਾਂ ਦੇ ਨਾਲ ਗੁਰੂ ਪਰਮਾਤਮਾ ਦੇ ਅੱਗੇ ਮੁਆਫੀ ਦਾ ਕਰਮ ਕੀਤਾ ਜਾਂਦਾ ਵੀ ਆਹ ਕਰਮ ਮੇਰੇ ਕੋਲ ਜਾਣੇ ਅਣਜਾਣੇ ਹੋ ਗਿਆ। ਉਸ ਕਰਮ ਦੀ ਭਰਪਾਈ ਕਿਵੇਂ ਹੁੰਦੀ ਹੈ? ਗੁਰਦੇਵ ਜੀ ਕਹਿੰਦੇ ਚੰਗਾ ਕਰਮ ਕਰਕੇ ਤੁਸੀਂ ਬੁਰੇ ਕਰਮਾਂ ਨੂੰ ਘਟਾ ਸਕਦੇ ਹੋ। ਮਲ ਵਖੇਫ। ਜਦੋਂ ਧਰਮ ਦੇ ਕਰਮ ਬੰਦਾ ਕਰਨ ਲੱਗ ਜਾਂਦਾ ਹੈ, ਫਿਰ ਮਨ ਦੀ ਚੰਚਲਤਾ ਆਪਣੇ ਆਪ ਘਟਣੀ ਪ੍ਰਾਰੰਭ ਹੋ ਜਾਂਦੀ ਹੈ। ਜੇ ਕਰਮ ਮਾੜੇ ਨੇ ਤੇ ਮਨ ਵੀ ਉਨਾ ਜ਼ਿਆਦਾ ਭਟਕੇਗਾ ਤੇ ਆਤਮਾ ਵੀ ਉਨੀ ਜ਼ਿਆਦੀ ਸੰਘਣ ਹਨੇਰੇ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰੇਗੀ। ਜੇ ਕਰਮ ਸਿੱਧੇ ਹੋ ਗਏ, ਉਦੋਂ ਬਾਅਦ ਮਨ ਦੀ ਵਿਖੇਪਤਾ ਆਪਣੇ ਆਪ ਆਹਿਸਤਾ ਆਹਿਸਤਾ ਟਿਕਣੀ ਪ੍ਰਾਰੰਭ ਹੋ ਜਾਂਦੀ ਹੈ। ਜਦੋਂ ਮਨ ਇਕਾਗਰ ਹੋ ਜਾਂਦਾ ਹੈ ਤੇ ਇਕਾਗਰ ਮਨ ਦੇ ਹੋਣ ਦੇ ਨਾਲ ਅਗਿਆਨਤਾ ਆਪਣੇ ਆਪ ਨਾਸ ਹੋਣੀ ਪ੍ਰਾਰੰਭ ਹੋ ਜਾਂਦੀ ਹੈ। ਪਰ ਉਹਦੇ ਲਈ ਪਹਿਲਾਂ ਆਪਣੇ ਕਰਮਾਂ ਤੇ ਧਿਆਨ ਦੇਣਾ ਪੈਂਦਾ। ਕਰਮ ਸਿੱਧੇ ਹੋਏ, ਮਨ ਸਿੱਧਾ ਹੋ ਜਾਂਦਾ, ਮਨ ਇਕਾਗਰ ਹੋ ਜਾਂਦਾ, ਮਨ ਟਿਕਾ ਵਿੱਚ ਆ ਜਾਂਦਾ। ਤੇ ਮਨ ਟਿਕ ਜਾਂਦਾ, ਫਿਰ ਮਨ ਦੀ ਇਕਾਗਰਤਾ ਸਾਧਨਾ ਦੇ ਨਾਲ, ਕਰਮਾਂ ਨੂੰ ਕਰਮਾਂ ਨਾਲ ਠੀਕ ਕਰਨਾ ਹੈ, ਕਰਮਾਂ ਦੀ ਮੈਲ ਕਰਮਾਂ ਨਾਲ ਠੀਕ ਹੋਣੀ ਹੈ, ਮਨ ਦੀ ਵਿਖੇਪਤਾ ਸਾਧਨਾ ਨਾਲ ਠੀਕ ਹੋਣੀ ਹੈ। ਬੈਠ ਕੇ ਜਪਣ ਦੇ ਨਾਲ, ਆਰਾਧਨ ਦੇ ਨਾਲ ਤੇ ਸਾਧਨਾ ਕਰਦਿਆਂ ਕਰਦਿਆਂ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਗਿਆਨ ਦਾ ਐਸਾ ਚਕਸ਼ੂ ਜਗਦਾ ਹੈ ਕਿ ਆਤਮਾ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ। ਤੇ ਫਿਰ ਉਹ ਆਤਮ ਅਭਿਲਾਸ਼ੀ ਪਰਮਾਤਮਾ ਦਾ ਦਰਸ਼ਨ ਕਰਨ ਵਾਲਾ ਇਹ ਵਚਨ ਕਰਦਾ ਹੈ ਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਕਿ ਜੇ ਮੇਰੇ ਅੰਦਰੋਂ ਹੁਣ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਇਹ ਕਿਹਦੀ ਕਿਰਪਾ ਦੇ ਨਾਲ? ਮੇਰੇ ਨੈਣਾ ਵਿੱਚ ਗੁਰੂ ਨੇ ਗਿਆਨ ਦਾ ਅੰਜਨ ਪਾ ਦਿੱਤਾ, ਸੁਰਮਾ ਪਾ ਦਿੱਤਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਹਿੰਦੇ ਹਰੀ ਦੀ ਕਿਰਪਾ ਨਾਲ ਗੁਰੂ ਮਿਲਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਆਪਾ ਸਵਰ ਗਿਆ, ਮੈਨੂੰ ਆਪੇ ਦੀ ਸੋਝੀ ਆ ਗਈ, ਮੇਰੀ ਮੈਂ ਮਲੀਨ ਜਿਹੜੀ ਸੀ ਉਹ ਖਤਮ ਹੋ ਗਈ। ਤੇ ਫਿਰ ਮੈਨੂੰ ਹਰ ਥਾਂ ਤੇ ਉਹ ਪਰਮਾਤਮਾ ਦੇ ਦੀਦਾਰ ਹੋਣ ਲੱਗੇ। ਉਹ ਕਹਿਣ ਲੱਗੇ ਤਾਂ ਪ੍ਰਾਪਤ ਹੁੰਦਾ ਹੈ ਜੇ ਮਨੁੱਖ ਨਿਤਾਂ ਪ੍ਰਤੀ ਗੁਰੂ ਦੀ ਸੰਗਤ ਮਾਣੇ, ਗੁਰੂ ਦੀ ਸ਼ਰਨ ਮਾਰੇ। ਕਰ ਸੰਗਤ ਤੂੰ ਸਾਧ ਕੀ 68 ਤੀਰਥ ਨਾਓ। ਕਹਿੰਦੇ ਹੀ ਤੇਰਾ ਨਾਣਾ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਕਹਿੰਦੇ ਆਪਣੇ ਗੁਰੂ ਦੇ ਪਾਸ ਆ ਕਰਕੇ ਬਸ ਇਹ ਭਾਵਨਾ ਬਣਾ ਕਿ ਹੇ ਵਾਹਿਗੁਰੂ, ਮੈਂ ਤੇਰੇ ਤੋਂ ਵਾਰਨੇ ਜਾਣਾ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੇ ਆਇਆ। ਕਿ ਸਾਡੀ ਭਾਵਨਾ ਐਸੀ ਬਣਨੀ ਚਾਹੀਦੀ। ਗੁਰੂ ਦੇ ਦਰ ਆਉਣਦਿਆਂ ਸਾਡੀ ਭਾਵਨਾ, ਦੇਖੋ ਮੈਂ ਫਿਰ ਆਰੰਭ ਕੀਤਾ ਕਿ ਅਸੀਂ ਸੰਸਾਰੀਆਂ ਗ੍ਰਸਤੀਆਂ, ਸਾਡੀਆਂ ਲੋੜਾਂ ਨੇ, ਪਰ ਇਸ ਲੋੜ ਨੂੰ ਅਸੀਂ ਦੂਜੇ ਨੰਬਰ ਤੇ ਰੱਖੀਏ।
ਪਹਿਲਾਂ ਆਉਂਦਿਆਂ ਜਿਹੜੀ ਅਰਦਾਸ ਕਰੀਏ ਹੀ ਕਰੀਏ, ਹੇ ਵਾਹਿਗੁਰੂ ਤੇਰੇ ਦਰਸ਼ਨ ਕੀਤਿਆਂ ਮੈਂ ਕੁਰਬਾਨ ਜਾਨਾ, ਤੇਰੇ ਚਰਨ ਨਸੀਬ ਹੋਏ ਮੈਂ ਵਾਰੇ ਜਾਨਾ, ਮੈਂ ਬਲਿਹਾਰੇ ਜਾਨਾ। ਇਸ ਚੀਜ਼ ਨੂੰ ਅਸੀਂ ਅਵਲ ਦਰਜੇ ਤੇ ਰੱਖੀਏ ਤੇ ਦੂਜੇ ਦਰਜੇ ਤੇ ਆਪਣੀਆਂ ਲੋੜਾਂ ਰੱਖੀਏ, ਮੰਗਾਂ ਰੱਖੀਏ, ਉਹ ਵੀ ਗੁਰੂ ਕੋਲ ਹੀ ਮੰਗਣੀਆਂ। ਪਰ ਜੇ ਪਹਿਲੇ ਨੰਬਰ ਤੇ ਅਸੀਂ ਗੁਰੂ ਨੂੰ ਰੱਖਾਂਗੇ ਫਿਰ ਸਾਨੂੰ ਲੋੜਾਂ ਮੰਗਣੀਆਂ ਵੀ ਨਹੀਂ ਪੈਣੀਆਂ। ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਲਈ ਕੀ ਦਰੁਸਤ ਹੈ, ਮਾਲਕ ਆਪਣੇ ਆਪ ਤੁਹਾਡਾ ਰਾਹ ਪੱਧਰਾ ਕਰ ਦਿੰਦਾ। ਮਨੁੱਖ ਦੂਸਰੇ ਪਾਸੇ ਜਾ ਰਿਹਾ ਹੁੰਦਾ, ਪਰ ਜੇ ਸਾਡੇ ਅੰਦਰ ਉਹਦੇ ਪ੍ਰਤੀ ਪ੍ਰੇਮ ਭਾਵਨਾ ਤੇ ਸ਼ਰਧਾ ਹੈ, ਸਾਨੂੰ ਨਹੀਂ ਪਤਾ ਵੀ ਕਿਹੜਾ ਮਾਰਗ ਸਹੀ ਹੈ ਕਿਹੜਾ ਗਲਤ ਹੈ, ਅਸੀਂ ਤਾਂ ਇੱਕ ਚੁਣ ਲੈਂਦੇ ਹਾਂ। ਪਤਾ ਬਾਅਦ ਵਿੱਚੋਂ ਲੱਗਦਾ ਜਦੋਂ ਗਲਤ ਜਾਂ ਠੀਕ ਹੁੰਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਉਹਨੂੰ ਪਤਾ ਹੈ ਤੇਰਾ ਮਾਰਗ ਕਿਹੜਾ ਸਿੱਧਾ ਹੈ ਕਿਹੜਾ ਪੁੱਠਾ ਹੈ, ਕਿਹੜਾ ਤੇਰੇ ਹੱਕ ਦਾ ਹੈ ਤੇ ਕਿਹੜਾ ਤੇਰੇ ਹਾਨੀ ਦਾ ਹੈ। ਇਸ ਕਰਕੇ ਉਹਦੇ ਅੱਗੇ ਆ ਕੇ ਉਹਨੂੰ ਕੁਰਬਾਨ ਹੋ, ਉਹਦੇ ਤੋਂ ਕੁਰਬਾਨ ਜਾ, ਉਹਦੇ ਅੱਗੇ ਆ ਕੇ ਜੋਦੜੀਆਂ ਕਰ, ਉਹਦੇ ਤੋਂ ਵਾਰਨੇ ਬਲਿਹਾਰਨੇ ਜਾ। ਉਹ ਆਪਣੇ ਆਪ ਤੇਰਾ ਮਾਰਗ ਜਿਹੜਾ ਸਿੱਧਾ ਮਾਰਗ ਹੈ ਨਾ, ਉਹ ਤੇਰੇ ਲਈ ਆਪ ਬਣਾ ਦੇਗਾ। ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ, ਜੀਓ ਪ੍ਰਾਣ ਮਨ ਤਨ ਹਰੇ, ਕਹਿਣ ਲੱਗੇ ਉਹ ਮਾਲਕ ਪਰਮਾਤਮਾ ਪਰਮੇਸ਼ਵਰ ਨੇ, ਇਹ ਤੇਰਾ ਜਿਹੜਾ ਜੀਓ ਹੈ, ਪ੍ਰਾਣ ਹੈ, ਮਨ ਤਨ ਹੈ, ਸਾਚਾ ਇਹੋ ਸੁਆਓ। ਇਸ ਲਈ ਸੁਆਰਥ ਹੈ। ਸੁਆਓ ਦਾ ਅਰਥ ਹੈ ਮਨੋਰਥ ਕਾਰਨ, ਕਿ ਜੇ ਤੇਰਾ ਜੀਓ, ਜੇ ਤੇਰਾ ਤਨ, ਜੇ ਤੇਰਾ ਮਨ ਉਸ ਪਰਮਾਤਮਾ ਪਰਮੇਸ਼ਵਰ ਨੂੰ ਸਮਰਪਿਤ ਹੋ ਜਾਏਗਾ ਨਾ, ਇਹੀ ਤੇਰਾ ਸੱਚਾ ਸੁੱਚਾ ਸੁਆਰਥ ਹੈ। ਜੇ ਇਹ ਨਹੀਂ ਹੋਇਆ ਤੇ ਫਿਰ ਬਾਕੀ ਕੀਤੇ ਹੋਏ ਸਾਰੇ ਕਾਰਜ ਤੇਰੇ ਕਿਸੇ ਲੇਖੇ ਨਹੀਂ ਆਉਣੇ, ਕਿਸੇ ਯਥਾਰਥ ਵਿੱਚ ਨਹੀਂ ਪੈਣੇ। ਇੱਥੇ ਮਿਲੇ ਵਡਿਆਈਆਂ ਦਰਗਹਿ ਪਾਵੈ ਥਾਉ। ਜੇ ਤੂੰ ਇੱਥੇ ਆ ਕੇ ਪਰਮਾਤਮਾ ਨੂੰ ਅਰਾਧੇਗਾ ਤੇ ਤੈਨੂੰ ਦਰਗਾਹ ਵਿੱਚ ਵੀ ਥਾਂ ਮਿਲੇਗੀ। ਤੇ ਜਿਹਨੇ ਇੱਥੇ ਨਾ ਅਰਾਧਿਆ, ਜਿਹਨੂੰ ਇੱਥੇ ਜਪਣਾ ਨਾ ਆਇਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੀ ਗੋਪਾਲ ਪੰਥ ਦੇ ਨਾਲ ਵਿਚਾਰ ਚਰਚਾ ਹੋਈ। ਟੂਕ ਮਾਤਰ ਕਵਾਂ, ਜਦੋਂ ਸਤਿਗੁਰੂ ਜੀ ਗੋਪਾਲ ਪੰਥ ਦੇ ਕੋਲ ਹਿੰਦੀ ਸੰਸਕ੍ਰਿਤੀ ਪੜ੍ਹਨ ਗਏ ਨਾ, ਤੇ ਗੁਰਦੇਵ ਨੇ ਕਿਹਾ ਵੀ ਮੈਨੂੰ ਉਹ ਕੁਝ ਪੜ੍ਹਾ ਜੋ ਦਰਗਾਹ ਵਿੱਚ ਪ੍ਰਵਾਨ ਕਰਵਾਏ, ਉਹ ਨਾ ਪੜ੍ਹਾ ਜੋ ਸੰਸਾਰ ਵਿੱਚ ਪੱਤ ਦਵਾਏ, ਮੈਨੂੰ ਉਹ ਪੜ੍ਹਾਓ ਪਾਂਦਾ ਜੀ ਜੋ ਦਰਗਾਹ ਵਿੱਚ ਮੇਰਾ ਸਹਾਈ ਬਣੇ, ਦਰਗਾਹ ਵਿੱਚ ਮੈਨੂੰ ਇੱਜ਼ਤ ਮਿਲੇ। ਤੇ ਪਾਂਦਾ ਕਹਿਣ ਲੱਗੇ, ਨਾਨਕ ਬੇਟਾ ਐਸੀ ਕੋਈ ਵਿੱਦਿਆ ਨਹੀਂ ਹੁੰਦੀ, ਐਸੀ ਕੋਈ ਪੜ੍ਹਾਈ ਨਹੀਂ ਹੁੰਦੀ ਜਿਹੜੀ ਦਰਗਾਹ ਵਿੱਚ ਕੰਮ ਆਵੇ। ਪਤਾ ਨਹੀਂ ਦਰਗਾਹ ਵੀ ਹੈ ਕਿ ਨਹੀਂ, ਕਿਸੇ ਦੇਖੀ ਹੈ, ਮੈਨੂੰ ਤਾਂ ਐਸੀ ਪੜ੍ਹਾਈ ਦਾ ਪਤਾ ਨਹੀਂ, ਤੈਨੂੰ ਪਤਾ ਹੈ? ਤੇ ਗੁਰੂ ਸਾਹਿਬ ਕਹਿਣ ਲੱਗੇ, ਹਾਂ ਪਾਂਦਾ ਜੀ, ਮੈਂ ਉਸ ਪੜ੍ਹਾਈ ਨੂੰ ਜਾਣਦਾ ਤੇ ਉਸ ਪੜ੍ਹਾਈ ਦੇ ਪੜ੍ਹਨ ਪੜ੍ਹਾਉਣ ਦਾ ਮੈਂ ਇੱਛੁਕ ਹਾਂ। ਤੇ ਪਾਂਦਾ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ, ਦੱਸ ਖਾਂ ਉਹ ਪੜ੍ਹਾਈ ਕਿਵੇਂ ਪੜ੍ਹੀ ਜਾਂਦੀ ਹੈ? ਕਿਹੜੀ ਕਲਮ ਹੈ ਤੇਰੇ ਕੋਲ ਜਿਹਦੇ ਨਾਲ ਲਿਖਣਾ ਹੈ? ਕਿਹੜਾ ਕਾਗਜ਼ ਹੈ ਜਿਹਦੇ ਉੱਤੇ ਲਿਖਣਾ ਹੈ? ਕਿਹੜਾ ਲਿਖਾਰੀ ਹੈ? ਕਿਹੜੀ ਸ਼ਾਹੀ ਹੈ? ਤੂੰ ਮੈਨੂੰ ਦੱਸ ਕਾਂ। ਆਪ ਜੀ ਨੇ ਪਿੱਛੇ ਉਹ ਸ਼ਬਦ ਸਰਵਣ ਕੀਤਾ, ਸ੍ਰੀ ਰਾਗ ਦਾ ਹੀ ਸ਼ਬਦ ਹੈ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਕਹਿੰਦੇ ਇਹ ਲੇਖਾ ਲਿਖ ਬਾਬਾ, ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨੀਸਾਨ। ਕਹਿੰਦੇ ਜਿੱਥੇ ਤੇਰੇ ਕੋਲ ਲੇਖਾ ਮੰਗਿਆ ਜਾਏਗਾ, ਉੱਥੇ ਤੈਨੂੰ ਪਿਛਾਂ ਕਰਕੇ, ਲੇਖੇ ਵਾਲਿਆਂ ਤੋਂ ਪਰਾਂ ਕਰਕੇ ਤੇਰੇ ਮਸਤਕ ਤੇ ਜਿੱਤ ਦੇ ਨਿਸ਼ਾਨ ਲਾਏ ਜਾਣਗੇ ਕਿ ਇਹ ਲੇਖੇ ਵਿੱਚ ਨਹੀਂ ਆਉਂਦਾ, ਕਿਉਂਕਿ ਇਹ ਹੋਰ ਕੁਝ ਪੜ੍ਹ ਕੇ ਆਇਆ। ਉਹ ਸ਼ਾਹੀ ਬਣਾ, ਜਾਲ ਮੋਹ, ਆਪਣੇ ਮੋਹ ਨੂੰ ਸਾੜ ਕੇ, ਘਸਾ ਕੇ, ਮਤ ਨੂੰ ਸ੍ਰੇਸ਼ਟ ਕਾਗਜ਼ ਬਣਾ, ਭਾਉ ਨੂੰ ਕਲਮ ਬਣਾ ਤੇ ਚਿੱਤ ਨੂੰ ਲਿਖਾਰੀ ਬਣਾ, ਤੇ ਗੁਰੂ ਕੋਲ ਬੈਠ ਕੇ ਲਿਖਣਾ। ਆਪਣੀ ਮਤ ਨਾਲ ਨਹੀਂ ਲਿਖਣਾ। ਤੇ ਗੁਰੂ ਦੱਸੇਗਾ ਵੀ ਜਿੰਨਾ ਮਰਜ਼ੀ ਲਿਖੀ ਜਾ, ਇਹ ਭਾਵਨਾ ਬਣਾਈ ਵੀ ਮੈਂ ਪਰਮਾਤਮਾ ਨੂੰ ਜਾਣ ਲਿਆ, ਲਿਖ ਲਿਆ। ਇਹ ਕਹਿਣਾ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਵੀ ਤੇਰਾ ਅੰਤ ਨਹੀਂ ਪੈਣਾ। ਇਹ ਲਿਖਿਆ, ਇਹ ਵਿਦਿਆ ਜਿਹੜੀ ਹੈ ਰੱਬ ਦੇ ਘਰ ਵਿੱਚ ਵਡਿਆਈ ਦਵਾਨੀ। ਇੱਥੇ ਮਿਲੇ ਵਡਿਆਈਆਂ ਦਰਗਹਿ ਪਾਵੈ ਥਾਉ, ਕਰੇ ਕਰਾਏ ਆਪ ਪ੍ਰਭ, ਸਭ ਕਿਛ ਤਿਸ ਹੀ ਹਾਥ। ਕਹਿੰਦੇ ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਨਾ, ਮਨੁੱਖ ਫਿਰ ਆਪਣੇ ਹੱਥ ਕੁਝ ਨਹੀਂ ਮੰਨਦਾ। ਉਹਦੇ ਹੱਥਾਂ ਰਾਹੀਂ ਵੀ ਕੁਝ ਹੁੰਦਾ ਹੋਵੇ ਨਾ, ਉਹ ਕਹਿੰਦਾ ਵੀ ਹੱਥ ਮੇਰੇ ਵੀ ਜਰੀਆ ਨੇ, ਮੈਂ ਵੀ ਜਰੀਆ ਵਾਂ। ਕਰਨ ਵਾਲਾ ਤੇ ਆਪ ਬੈਠਾ ਪ੍ਰੋਖ ਰੂਪ ਵਿੱਚ ਸਾਰਾ ਕੁਝ ਕਰੀ ਜਾ ਰਿਹਾ, ਪ੍ਰਤੱਖ ਰੂਪ ਵਿੱਚ ਕੁਝ ਹੋਰ ਦਿਸਦਾ ਹੈ।
ਪਰ ਕਹਿੰਦੇ ਉਹ ਪ੍ਰੋਖ ਰੂਪ ਵਿੱਚ ਸਾਰੇ ਪਾਸੇ ਬੈਠਾ ਹੈ, ਪਸਰਿਆ ਹੈ, ਤੇ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਉਹ ਜ਼ਾਹਰ ਪ੍ਰਗਟ ਹੁੰਦਾ ਹੈ। ਤੇ ਫਿਰ ਉਹਨਾਂ ਦੇ ਬਚਨ ਹੁੰਦੇ ਨੇ, ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹੱਥ। ਕਿ ਜੋ ਕੁਝ ਹੋ ਰਿਹਾ ਨਾ ਜਗਤ ਸੰਸਾਰ ਵਿੱਚ, ਜਾਂ ਜੋ ਕੁਝ ਪਸਰ ਰਿਹਾ ਹੈ, ਇਹ ਸਾਰਾ ਕੁਝ ਕਰਨ ਵਾਲਾ ਕਰਾਉਣ ਵਾਲਾ ਕੌਣ ਹੈ? ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹਿਨ ਕੋਏ। ਕਹਿੰਦੇ ਦੂਸਰਾ ਕੋਈ ਹੈ ਹੀ ਨਹੀਂ। ਜੇ ਕੋਈ ਕਹੇ ਵੀ ਮੈਂ ਕੀਤਾ ਜਾਂ ਮੈਂ ਕਰਾਵਾਂਗਾ, ਇਹ ਬਹੁਤ ਵੱਡੀ ਅਗਿਆਨਤਾ ਹੈ। ਸਾਨੂੰ ਮੰਨਣਾ ਚਾਹੀਦਾ ਹੈ ਜੇ ਸਾਡੇ ਦੁਆਰਾ ਕੁਝ ਚੰਗਾ ਹੋ ਗਿਆ ਨਾ, ਤੇ ਸਾਨੂੰ ਪਰਮਾਤਮਾ ਦਾ, ਗੁਰੂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਹ ਮਾਲਕ ਤੂੰ ਮੈਨੂੰ ਇਸ ਕੰਮ ਲਈ ਚੁਣਿਆ, ਇਸ ਕਾਰਜ ਲਈ ਚੁਣਿਆ, ਇਸ ਕਰਕੇ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ। ਨਾ ਕਿ ਜੇ ਕੋਈ ਭਲਾ ਹੋ ਗਿਆ ਤੇ ਫਿਰ ਉਨੀ ਵੱਡੀ ਹਉਮੈ ਬੁਲਾ ਲੈਣੀ, ਉਹ ਭਲਾ ਕੀਤਾ ਹੋਇਆ ਬਿਲਕੁਲ ਮਾੜਾ ਹੋ ਜਾਂਦਾ। ਗੁਰੂ ਸਾਹਿਬ ਜੀ ਨੇ ਵਚਨ ਕੀਤੇ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ, ਤੀਰਥ ਬਰਤ ਅਰ ਦਾਨ ਕਰ ਮਨ ਮਹਿ ਧਰੈ ਗੁਮਾਨ। ਚੰਗਾ ਕੁਝ ਹੈ ਨਾ ਸਾਰਾ ਕੁਝ, ਵੀ ਤੀਰਥਾਂ ਦਾ ਰਟਨ ਕਰਕੇ ਦੇਖਣਾ, ਤੀਰਥਾਂ ਤੇ ਜਾਣਾ, ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ, ਉੱਥੋਂ ਦੀ ਸੱਭਿਅਤਾ ਸੰਸਕ੍ਰਿਤ ਨੂੰ ਜਾਣਨਾ ਸੁਣਨਾ, ਉੱਥੋਂ ਦੀ ਆਬਾਂ ਨੂੰ ਮਾਣਨਾ ਚੰਗੀ ਗੱਲ ਹੈ। ਵਰਤ ਕਰਕੇ, ਵਰਤ ਦਾ ਅਰਥ ਹੈ ਆਪਣੇ ਮਨ ਨੂੰ, ਆਪਣੇ ਤਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਹੋੜਨਾ, ਐਸਾ ਵਰਤ ਕਰਨਾ। ਤੀਰਥ ਵਰਤ ਅਰ ਦਾਨ ਕਰ, ਦਾਨ ਪੁੰਨ ਵੀ ਕਰਨਾ ਭਲਾ ਹੈ, ਗ੍ਰਸਤੀ ਨੂੰ ਇਹ ਕਰਨਾ ਚਾਹੀਦਾ। ਪਰ ਗੁਰੂ ਸਾਹਿਬ ਕਹਿੰਦੇ ਜੇ ਕਰਕੇ ਮਨ ਮੈਂ ਧਰੈ ਗੁਮਾਨ, ਗੁਮਾਨ ਧਰ ਲਿਆ, ਹਉਮੈ ਧਰ ਲਈ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਹਿੰਦੇ ਤਾਂ ਹਾਥੀ ਦੇ ਇਸ਼ਨਾਨ ਵਰਗਾ, ਵੀ ਉਹ ਨਹਾ ਕੇ ਆਉਂਦਾ ਤੇ ਫਿਰ ਆਪਣੇ ਆਪ ਨੂੰ ਚਿੱਕੜ ਨਾਲ, ਰੇਤ ਨਾਲ ਲਬੇੜ ਲੈਂਦਾ। ਤੂੰ ਦਾਨ ਕੀਤਾ, ਪੁੰਨ ਕੀਤਾ, ਤੀਰਥਾਂ ਦਾ ਰਟਨ ਕੀਤਾ, ਬਾਣੀ ਪੜ੍ਹੀ, ਸੇਵਾ ਕੀਤੀ, ਪਰ ਫਿਰ ਕਿਸੇ ਨਾਲ ਝਗੜਾ ਕਰ ਲਿਆ, ਵੈਰ ਪਾ ਲਿਆ, ਹਉਮੈ ਵਧਾ ਲਈ, ਤੇ ਕਹਿੰਦੇ ਸਮਝ ਲੈ ਤੂੰ ਇਸ਼ਨਾਨ ਕਰਕੇ ਆਪਣੇ ਤਨ ਤੇ ਸੁਆਹ ਪਾ ਲਈ, ਆਪਣੇ ਆਪ ਨੂੰ ਲਬੇੜ ਲਿਆ। ਸਦੋਂ ਜ਼ਿਆਦਾ ਧਰਮੀ ਜਿੱਡਾ ਜ਼ਾਲਮ ਹੋਏਗਾ, ਸ਼ਾਇਦ ਓਡਾ ਕਿਤੇ ਧਰਮੀ ਨਾ ਹੋਵੇ। ਜੇ ਧਰਮੀ ਜ਼ੁਲਮ ਕਰਨ ਤੇ ਆ ਜਾਏ, ਜੇ ਧਰਮੀ ਵੈਰ ਕਮਾਉਣ ਤੇ ਆ ਜਾਏ, ਸ਼ਾਇਦ ਸੰਸਾਰੀ ਉਹਨਾਂ ਵੈਰ ਨਾ ਕਮਾਏ ਜਿੰਨਾ ਧਰਮੀ ਕਮਾਉਂਦਾ। ਕਾਰਨ ਕੀ ਹੈ? ਕਿ ਉਹ ਜ਼ਿਆਦਾ ਲਿਬੜ ਜਾਂਦਾ, ਉਹ ਜ਼ਿਆਦਾ ਗ੍ਰਸਿਆ ਜਾਂਦਾ ਹੈ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ, ਐਸੀ ਭਾਵਨਾ ਕਰੇ ਕਰਾਏ ਆਪ ਪ੍ਰਭ ਸਭ ਕਿਛ ਤੁਮ ਹੀ ਹਾਥ, ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ। ਉਹ ਮਾਰਨ ਵਾਲਾ, ਜੀਵਾਲਣ ਵਾਲਾ, ਘਰ ਬਾਹਰ ਵਿੱਚ ਸਾਡਾ ਆਪ ਸਾਥੀ ਹੁੰਦਾ ਹੈ, ਹਰ ਥਾਂ ਤੇ ਸਾਡੀ ਪ੍ਰਤਪਾਲਨਾ ਕਰਦਾ ਹੈ। ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਮਨੁੱਖ, ਆਪਣੀ ਹਉਮੈ ਖਤਮ ਕਰਕੇ, ਮਾਰ ਕੇ, ਪਰਾਂ ਰੱਖ ਕੇ ਤੂੰ ਆਪਣੇ ਸੁਆਮੀ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰ, ਹੇ ਸੁਆਮੀ ਮੈਂ ਤੇਰੀ ਸ਼ਰਨ ਆ ਗਿਆ ਵਾਂ। ਨਾਨਕ ਪ੍ਰਭ ਸ਼ਰਨਾਗਤੀ ਸਰਬ ਘਟਾ ਕੇ ਨਾਥ। ਮੈਂ ਨਹੀਂ ਕਿਸੇ ਦਾ ਮਾਲਕ, ਮੈਂ ਨਹੀਂ ਕਿਸੇ ਦਾ ਸੁਆਮੀ, ਹੇ ਵਾਹਿਗੁਰੂ ਤੂੰ ਹੀ ਸਾਰਿਆਂ ਦਾ ਸੁਆਮੀ ਹੈ। ਇਸ ਕਰਕੇ ਹੇ ਦਾਤਾ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇ ਮੇਰੀ ਪ੍ਰਤਪਾਲਨਾ ਵੀ ਆਪ ਜੀ ਨੇ ਕਰਨੀ ਹੈ, ਮੈਨੂੰ ਵੀ ਆਪ ਜੀ ਨੇ ਰੱਖਣਾ ਹੈ। ਇਹ ਭਾਵਨਾ ਜਦੋਂ ਕੋਈ ਬਣਾ ਕੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਉਸ ਸਿੱਖ ਤੇ, ਉਸ ਪ੍ਰਾਣੀ ਤੇ ਕਿਰਪਾ ਕਰਦਾ, ਉਹਦੀ ਮੈਲ ਕੱਟਦਾ, ਉਹਦੀ ਚੰਚਲਤਾ ਹੀ ਮਾਰਦਾ, ਤੇ ਉਹਦੀ ਆਤਮਾ ਨੂੰ, ਉਹਦੇ ਪ੍ਰਾਣਾਂ ਨੂੰ, ਉਹਦੀ ਜੀਵ ਨੂੰ ਫਿਰ ਆਪਣੀ ਸੋਝੀ, ਆਪਣਾ ਝਲਕਾਰਾ ਬਖਸ਼ਦਾ। ਫਿਰ ਐਸਾ ਜੀਵ ਹਰ ਥਾਂ ਤੇ ਵਚਨ ਕਰਦਾ ਹੈ ਕਿ ਹੇ ਮਾਲਕ ਸਭ ਥਾਂ ਤੇ ਤੂੰ ਹੀ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਇਹੀ ਮਿਹਰਾਮਤ ਕਿਰਪਾਲਤਾ ਕੀਤੀ ਹੈ। ਭਾਈ ਹਉਮੈ ਗ੍ਰਸਿਆ ਪ੍ਰਾਣੀ ਸਭ ਕੁਝ ਆਪਣਾ ਮੰਨਦਾ, ਗੁਰਮੁਖ ਸਾਧੂ ਦੀ ਸੰਗਤ, ਗੁਰੂ ਦੀ ਸੰਗਤ ਕਰਨ ਵਾਲਾ, ਪਰਮੇਸ਼ਵਰ ਦਾ ਨਾਮ ਜਪਣ ਵਾਲਾ, ਉਹ ਸਾਰਾ ਕੁਝ ਕਰਨ ਕਾਰਨ ਸਮਰੱਥ ਪਰਮਾਤਮਾ ਨੂੰ ਮੰਨਦਾ ਹੈ। ਇਸ ਕਰਕੇ ਅਸੀਂ ਆਪਣੇ ਵਿਚਾਰ ਮਨ ਵਿੱਚ ਇਹ ਕਰਨੇ ਹੈ ਕਿ ਅਸੀਂ ਕਿਸ ਪੰਕਤੀ ਵਿੱਚ ਖਲੋਣਾ ਹੈ, ਹਉਮੈ ਵਾਲਿਆਂ ਦੀ ਵਿੱਚ ਕਿ ਗੁਰੂ ਤੇ ਪ੍ਰੇਮੀਆਂ ਦੀ ਪੰਕਤੀ ਵਿੱਚ, ਗੁਰੂ ਪਿਆਰ ਵਾਲਿਆਂ ਦੀ ਪੰਕਤੀ ਵਿੱਚ। ਜਿੱਥੇ ਸਾਰਾ ਕੁਝ ਪ੍ਰਭੂ ਆਸ਼ਰਿਤ ਹੁੰਦਾ ਹੈ ਉੱਥੇ ਫਿਰ ਕੋਈ ਦੁੱਖ ਤੇ ਸੰਤਾਪ ਪੀੜਾ ਨਹੀਂ ਹੁੰਦੀ। ਜਿੱਥੇ ਮਨੁੱਖ ਆਪਣੇ ਹੱਥ ਲੈ ਲੈਂਦਾ
ਉੱਥੇ ਫਿਰ ਉਹਨੂੰ ਸੰਤਾਪ, ਜਕੜਨਾ ਤੇ ਕਈ ਤਰ੍ਹਾਂ ਦੇ ਰੋਗ ਦਬਾਅ ਮਾਰ ਜਾਂਦੇ ਨੇ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੀ ਹਾਜ਼ਰੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪਿਆਰ ਸਹਿਤ ਸਤਿਗੁਰੂ ਦੀ ਪਾਵਨ ਵਿਚਾਰ ਨੂੰ ਸਰਵਣ ਕੀਤਾ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦਾ, ਸਮੁੱਚੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਬਹੁਤ ਸੁਚਾਰੂ ਢੰਗ ਦੇ ਨਾਲ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦਾ ਕਾਰਜ ਕਰ ਰਹੇ ਨੇ। ਵਾਹਿਗੁਰੂ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ, ਭੁੱਲਾਂ ਨੂੰ ਨਾ ਚਿਤਾਰਦੇ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।